ਸਵਾਗਤ ਹੈ ਤੁਹਾਡਾ ਸਾਂਝਾ ਟੀਵੀ ਤੇ। ਮੈਂ ਹਰਸਿਮਰਨ ਤੁਹਾਡੇ ਨਾਲ ਇੱਕ ਵਾਰੀ ਫਿਰ ਸਾਂਝਾ ਕਰਾਂਗੇ ਖਬਰਾਂ। ਸਾਂਝਾ ਟੀਵੀ ਦੇ ਜ਼ਰੀਏ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਖਬਰਾਂ USA ਦੇ ਬਾਬਤ। ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਜਿਹੜੇ ਅਪਡੇਟ ਦਿੱਤੇ ਜਾਣ, ਜਿਹੜੀਆਂ ਰੋਜ਼ਮਰਾ ਦੀਆਂ ਇੱਥੇ ਚੀਜ਼ਾਂ ਚੱਲਦੀਆਂ, ਐਕਟੀਵਿਟੀਜ਼ ਚੱਲਦੀਆਂ। ਜਾਂ ਇਹ ਕਰੋਨਾ ਵਾਇਰਸ ਦੀ ਗੱਲ ਕੀਤੀ ਸੀ ਆਪਾਂ, ਜਿਹੜੀ ਅੱਜ ਕੱਲ੍ਹ ਸਾਰੇ ਵਰਲਡ ਵਿੱਚ, ਸਾਰੇ ਸੰਸਾਰ ਵਿੱਚ ਇੱਕ ਬਹੁਤ ਭਿਆਨਕ ਬਿਮਾਰੀ ਜਿਹੜੀ ਚੱਲ ਰਹੀ ਆ, ਉਹਦੇ ਨਾਲ USA ਤੇ ਕੀ ਅਸਰ ਪਿਆ ਵਾ। ਜਿਵੇਂ ਤੁਹਾਨੂੰ ਯਾਦ ਹੀ ਹੋਣਾ ਆ ਕਿ ਸਭ ਤੋਂ ਪਹਿਲਾਂ ਚਾਈਨਾ ਤੋਂ ਇਹ ਸਟਾਰਟ ਹੋਈ ਸੀ, ਤੇ ਉਸ ਤੋਂ ਬਾਅਦ ਇੱਦਾਂ ਕਿਹਾ ਜਾਂਦਾ ਕਿ ਸਾਰੇ ਵਰਲਡ ਵਿੱਚ ਇਹ ਜਿਹੜੀ ਬਿਮਾਰੀ ਆ ਕਰੋਨਾ ਵਾਇਰਸ ਦੀ ਉਹ ਪਹੁੰਚ ਗਈ। ਭਾਰਤ ਵਿੱਚ ਇਹਦੇ ਕੇਸ ਬਹੁਤ ਘੱਟ ਪਾਏ ਗਏ ਸੀ। ਅੱਜ ਆਪਾਂ ਉਹਦੀ ਵੀ ਥੋੜ੍ਹੀ ਜਿਹੀ ਗੱਲ ਕਰਾਂਗੇ ਵੀ ਕਿਉਂ ਕੇਸ ਘੱਟ ਪਾਏ ਗਏ ਸੀ। ਤੇ USA ਵਿੱਚ ਸਭ ਤੋਂ ਜ਼ਿਆਦਾ ਇਹਦੀ ਮਾਰ ਪਈ ਸੀ ਚਾਈਨਾ ਤੋਂ ਬਾਅਦ। ਇਟਲੀ, ਜਿਹੜੇ ਯੂਰਪ ਵਾਲੀਆਂ ਕੰਟਰੀਆਂ, ਉਹਨਾਂ ਵਿੱਚ ਵੀ ਇਹਦਾ ਕਾਫੀ ਜਿਹੜਾ ਪ੍ਰਕੋਪ ਦੇਖਣ ਨੂੰ ਮਿਲਿਆ ਸੀ। ਸੋ ਕੀ ਕਾਰਨ ਸੀ? ਸੋ USA ਨੇ, ਮੈਂ ਜਦੋਂ ਤੋਂ ਇਹ ਅਪਡੇਟ ਤੁਹਾਨੂੰ ਦਿੰਦਾ ਆ, ਖਬਰਾਂ ਭੇਜਦਾ, ਤੁਹਾਡੇ ਨਾਲ ਸਾਂਝੀਆਂ ਕਰਦਾ, ਤੇ ਕਹਿ ਰਿਹਾ ਸੀ ਕਿ USA ਵਿੱਚ ਟੈਸਟ ਬਹੁਤ ਜ਼ਿਆਦਾ ਹੋ ਰਹੇ ਆ, ਮਿਲੀਅਨਸ ਟੈਸਟ ਕੀਤੇ ਆ, ਤੇ ਜਿੰਨੇ ਆਪਾਂ ਜ਼ਿਆਦਾ ਟੈਸਟ ਕਰਦੇ ਆ ਉਹਨਾਂ ਵਿੱਚੋਂ ਅਸੀਂ ਇੱਦਾਂ ਕਹਿ ਲਓ ਕਿ ਛਾਨਣੀ ਫੜ ਕੇ ਜਦੋਂ ਆਪਾਂ ਕੋਈ ਚੀਜ਼ ਛਾਣਦੇ ਆ ਤੇ ਉਹ ਜਲਦੀ ਜਿਹੜੇ ਕੋਕੜੂ ਆ ਜਾਂ ਪੱਥਰ ਆ ਉਹ ਨਿਕਲ ਆਉਂਦੇ ਆ। ਇੱਦਾਂ ਹੀ ਬਿਲਕੁਲ ਹੋਇਆ ਕਿ ਜਦੋਂ ਟੈਸਟ ਕਰਦੇ ਆ ਨਾ, ਜ਼ਿਆਦਾ ਲੋਕਾਂ ਦੇ ਟੈਸਟ ਕਰਦੇ ਆ, ਤੇ ਜਿਹੜੇ ਉਹਨਾਂ ਵਿੱਚੋਂ ਬਿਮਾਰ ਸੀ ਉਹਨਾਂ ਦੇ ਸਾਨੂੰ ਨੰਬਰ ਜ਼ਿਆਦਾ ਮਿਲੇ ਆ। ਭਾਰਤ ਵਿੱਚ ਕੀ ਪ੍ਰੋਬਲਮ ਸੀ ਕਿ ਉਹਨਾਂ ਕੋਲ ਟੈਸਟ ਕਿੱਟ ਨਹੀਂ ਹੈਗੀਆਂ ਸੀ, ਟੈਸਟ ਨਹੀਂ ਹੋ ਰਹੇ ਸੀ। ਹੁਣ ਜਦੋਂ ਟੈਸਟਿੰਗ ਵਧਾ ਰਹੇ ਆ ਤੇ ਨੰਬਰ ਵੀ ਵੱਧ ਰਹੇ ਆ। ਸੋ ਬਿਮਾਰ ਲੋਕੀ ਇਸ ਬਿਮਾਰੀ ਤੋਂ ਹੈਗੇ ਸੀ, ਬਹੁਤ ਸਾਰੇ ਆ। ਜੇ ਇਦਾਂ ਕਹਿ ਲਿਆ ਜਾਵੇ ਕਿ ਕਰੋੜਾਂ ਹੀ ਆ ਤੇ ਅਤਕਥਨੀ ਨਹੀਂ ਹੋਵੇਗੀ। ਕਿਉਂ? ਜਿਹੜੇ ਨੰਬਰਸ ਹੁਣ ਇੰਡੀਆ ਵਿੱਚੋਂ ਆ ਰਹੇ ਆ, ਉਹ ਜੇ ਅਸੀਂ ਦੇਖੀਏ ਕਿ ਕਿੰਨੇ ਲੱਖ ਟੈਸਟ ਹੋਏ ਆ ਤੇ ਕਿੰਨੀ ਪਰਸੈਂਟੇਜ ਆਉਂਦੀ ਉਹਨਾਂ ਦੀ, ਜਿਹੜੇ ਲੋਕ ਬਿਮਾਰ ਆ ਇਸ ਬਿਮਾਰੀ ਤੋਂ, ਜਿਹੜੇ ਪੀੜਤ ਆ। ਸੋ ਜੇ ਇਸੇ ਪਰਸੈਂਟੇਜ ਨਾਲ ਟੈਸਟ ਵਧਾ ਦਿੱਤੇ ਜਾਣ, ਹਾਲੇ ਤਾਂ ਉਹ ਟੈਸਟ ਹੀ ਬਹੁਤ ਥੋੜੇ ਕਰਦੇ ਪਏ, ਉਸ ਪਰਸੈਂਟੇਜ ਨਾਲ ਉਨੀ ਬਿਮਾਰੀ ਨਿਕਲ ਰਹੀ ਆ। ਤੇ ਜੇ ਉਹ ਟੈਸਟ ਵਧਾ ਦਿੱਤੇ ਜਾਣ, ਕਰੋੜਾਂ ਵਿੱਚ ਕਰ ਦੇਣੇ ਟੈਸਟ, ਤੇ ਉਹ ਜਿਹੜੀ ਪਰਸੈਂਟੇਜ ਆ ਬਿਮਾਰੀ ਦੀ, ਜਿਹੜੀ ਬਿਮਾਰ ਲੋਕ ਆ ਇਸ ਬਿਮਾਰੀ ਤੋਂ ਪੀੜਤ ਨੇ, ਉਹਨਾਂ ਦੀ 20% ਵੱਧ ਜਾਵੇਗੀ। ਸੋ USA ਨੇ ਇਹ ਵਧੀਆ ਸਟੈਪ ਲਿਆ ਸੀ ਤੇ ਇਹਨਾਂ ਨੇ ਸੱਚ ਬੋਲਿਆ ਸੀ। ਇਹ ਸ਼ੁਰੂ ਤੋਂ ਕਹਿ ਰਹੇ ਸੀ, ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਸ਼ੁਰੂ ਤੋਂ ਕਹਿ ਰਹੀ ਸੀ ਕਿ ਅਸੀਂ ਟੈਸਟ ਜ਼ਿਆਦਾ ਕਰਦੇ ਪਏ ਆ, ਇਸ ਲਈ ਸਾਡੇ ਜਿਹੜੇ ਨੰਬਰਸ ਵੀ ਵੱਧ ਰਹੇ। ਤੇ ਇਹਨਾਂ ਨੇ ਮਾਰਚ ਦੇ ਅਖੀਰ ਤੱਕ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਹੋ ਸਕਦਾ ਨਹੀਂ। ਉਹਨਾਂ ਨੇ ਇਦਾਂ ਸਾਈਨ ਦੇਣੇ ਸ਼ੁਰੂ ਕਰ ਦਿੱਤੇ ਸੀ ਕਿ 1 ਲੱਖ ਤੋਂ ਲੈ ਕੇ ਤੇ 2.5 ਲੱਖ ਤੱਕ ਲੋਕ ਇਸ ਬਿਮਾਰੀ ਨਾਲ ਮਰ ਸਕਦੇ ਆ। ਇਹ ਉਹਨਾਂ ਦਾ ਅਨੁਮਾਨ ਸੀ, ਤੇ ਜਿਹੜਾ ਅਨੁਮਾਨ ਆ ਉਹ ਵਾਕਈ ਉਸ ਦਿਸ਼ਾ ਵੱਲ ਜਾ ਰਿਹਾ। ਸੋ ਹੋਰ ਵੀ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਾਂਗੇ। ਕਿ ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਹੁਣ ਇਸ ਵਕਤ ਇੱਕ ਵੈਬਸਾਈਟ ਆ ਵਰਲਡਓਮੀਟਰ, ਤੁਸੀਂ ਉਸ ਤੇ ਜਾ ਕੇ ਤੇ ਤੁਸੀਂ ਜਿਹੜੀ ਇਹ ਬਿਮਾਰੀ ਨਾਲ ਪੀੜਤ ਲੋਕ ਕਿੰਨੇ ਆ, ਕਿੰਨੇ ਉਹਨਾਂ 'ਚ ਰਿਕਵਰ ਹੋ ਗਏ, ਕਿੰਨੀਆਂ ਡੈਥਸ ਹੋ ਗਈਆਂ, ਤੁਸੀਂ ਕੰਟਰੀ ਵਾਈਜ਼ ਵੀ ਦੇਖ ਸਕਦੇ ਆ, ਤੁਸੀਂ ਸਟੇਟ ਵਾਈਜ਼ ਵੀ ਦੇਖ ਸਕਦੇ ਆ, ਸਾਰੇ ਸੰਸਾਰ ਦੀਆਂ। ਸੋ ਉਹਦੇ ਵਿੱਚ ਜਿਹੜਾ ਡਾਟਾ ਸ਼ੋ ਹੋ ਰਿਹਾ ਉਹ ਹੋ ਰਿਹਾ ਕਿ 79 ਲੱਖ ਦੇ ਕਰੀਬ ਜਿਹੜੇ ਪੂਰੇ ਸੰਸਾਰ ਵਿੱਚ ਇਸ ਬਿਮਾਰੀ ਨਾਲ ਪੀੜਤ ਨੇ, ਜਿਨ੍ਹਾਂ ਵਿੱਚੋਂ 40 ਲੱਖ ਦੇ ਕਰੀਬ ਰਿਕਵਰ ਹੋਏ ਆ। ਰਿਕਵਰ ਵੀ ਵੱਧ ਰਹੀ ਆ ਨਾ ਨਾਲ। ਤੇ ਜਿਹੜੀਆਂ ਡੈਥ ਹੋ ਗਈਆਂ ਹੁਣ ਤੱਕ 4,35,000 ਦੇ ਕਰੀਬ ਡੈਥ ਹੋ ਚੁੱਕੀ ਹੈ। ਇਹ ਇਕੱਲੇ USA ਦੀ ਗੱਲ ਕਰੀਏ ਤੇ 21 ਲੱਖ ਲੋਕ ਜਿਹੜੇ ਆ ਉਹ ਇਸ ਬਿਮਾਰੀ ਤੋਂ ਪੀੜਤ ਆ, ਜਿਨ੍ਹਾਂ ਵਿੱਚੋਂ 8 ਲੱਖ ਤੇ 60,000 ਤਕਰੀਬਨ ਠੀਕ ਹੋ ਚੁੱਕੇ ਆ, ਤੇ 1,17,000 ਡੈਥ ਜਿਹੜੀਆਂ ਹੋ ਚੁੱਕੀਆਂ। ਸੋ USA ਟਰੰਪ ਐਡਮਿਨਿਸਟ੍ਰੇਸ਼ਨ ਨੇ ਨੰਬਰ ਦਿੱਤੇ ਸੀ 1 ਲੱਖ ਤੋਂ ਲੈ ਕੇ 2.5 ਲੱਖ। ਸੋ 1 ਲੱਖ ਤਾਂ ਪੱਕੀਆਂ ਡੈਥਸ ਹੋਣੀਆਂ ਸੀ, ਉਹਨਾਂ ਦਾ ਅਨੁਮਾਨ ਸੀ, ਤੇ 1,17,000 ਡੈਥ ਹੋਣ ਤੱਕ ਹੋ ਚੁੱਕੀਆਂ ਵਾ। ਇਹਦੇ ਨਾਲ ਫਰਕ ਕੀ ਪਿਆ? ਇਹਦੇ ਨਾਲ ਸਾਰੀ ਦੁਨੀਆ ਖੜ ਗਈ। ਇੱਕ ਤਰ੍ਹਾਂ ਨਾਲ ਜਿਹੜੀ ਇਕਨੋਮੀ ਆ ਉਹ ਸ਼ਟਡਾਊਨ ਹੋ ਗਈ, ਕੰਮਕਾਰ ਲੋਕਾਂ ਦੇ ਸ਼ਟਡਾਊਨ ਹੋ ਗਏ, ਸਕੂਲ ਬੰਦ ਹੋ ਗਏ, ਤੇ ਛੋਟੇ ਤੋਂ ਛੋਟੇ ਕੰਮਾਂ ਤੋਂ ਲੈ ਕੇ ਜਿਹੜੀਆਂ ਵੱਡੀਆਂ ਕੰਪਨੀਆਂ ਸੀ, ਵੱਡੇ ਲੋਕ ਸੀ, ਵੱਡੇ ਬਿਜ਼ਨਸ ਸੀ,
ਚਾਹੇ ਉਹ ਆਈਟੀ ਕੰਪਨੀਆਂ ਹੋਣ, ਚਾਹੇ ਉਹ ਤੁਸੀਂ ਦੇਖਦੇ ਆ ਕਿ ਤੇਲ ਕੰਪਨੀਆਂ ਹੋਣ, ਜਹਾਜ਼, ਹਰ ਇੱਕ ਚੀਜ਼ ਤੇ ਇਸ ਦਾ ਅਸਰ ਪਿਆ ਵਾ, ਕਿਉਂਕਿ ਸਾਰੇ ਲੋਕ ਘਰਾਂ 'ਚ ਬੰਦ ਹੋ ਗਏ, ਨਾ ਕਾਰਾਂ ਚੱਲੀਆਂ। ਦੇਖੋ ਇੱਕ ਛੋਟੀ ਜੀ ਗੱਲ ਹੈ ਕਿ ਬੰਦਾ ਸਵੇਰੇ ਘਰੋਂ ਨਿਕਲਦਾ ਆ ਤੇ ਬ੍ਰੇਕਫਾਸਟ ਕਰਕੇ ਜਾਂਦਾ ਆ, ਤੇ ਬ੍ਰੇਕਫਾਸਟ 'ਚ ਜਿਹੜੀਆਂ ਚੀਜ਼ਾਂ ਆਪਾਂ ਰੋਜ਼ਮਰਾ ਜ਼ਿਆਦਾ ਲਾਗਤ ਆਉਂਦੀ ਆ, ਉਹ ਕਿੰਨੀਆਂ ਕੰਪਨੀਆਂ ਤੋਂ ਆਉਂਦਾ, ਕਿੰਨਾ ਦੁੱਧ ਆਉਂਦਾ, ਕਿੰਨੇ ਬ੍ਰੈਡ ਆਉਂਦੇ ਆ, ਕਿੰਨੇ ਫਰੂਟਸ ਆਉਂਦੇ ਆ। ਫਿਰ ਆਪਾਂ ਕਾਰ ਚਲਾ ਕੇ ਜਾਂਦੇ ਆ, ਉਹ ਗੈਸ ਖਾਂਦੀ ਆ, ਫਿਰ ਆਪਾਂ ਕੰਮ ਤੇ ਜਾਂਦੇ ਆ। ਸੋ ਇਦਾਂ ਪੂਰੀ ਦੀ ਪੂਰੀ ਲੜੀ ਆ ਪੂਰੇ ਦਿਨ ਦੀ। ਤੋ ਕਿੰਨੇ ਲੋਕਾਂ ਨਾਲ ਮਿਲ ਕੇ ਬਣਦੀ ਆ, ਕਿੰਨੇ ਲੋਕਾਂ ਦਾ ਬਿਜ਼ਨਸ, ਇੱਕ ਜਿਹੜੀ ਰੋਜ਼ਮਰਾ ਦੀ ਆਮ ਬੰਦੇ ਦੀ ਜ਼ਿੰਦਗੀ ਆ ਉਹਦੇ ਨਾਲ ਕਿੰਨੇ ਬਿਜ਼ਨਸ ਜੁੜੇ ਹੁੰਦੇ। ਸੋ ਸਾਰਾ ਕੁਝ ਸ਼ਟ ਡਾਊਨ ਹੋ ਗਿਆ, ਉਹਦੇ ਨਾਲ ਇਕਨੋਮੀ ਸਾਰੀ ਥੱਲੇ ਆ ਗਈ। ਜਿੱਦਾਂ ਜਿੱਦਾਂ ਕੇਸ ਵਧਦੇ ਗਏ ਤੇ ਅਨੁਮਾਨ ਲਗਾਇਆ ਗਿਆ ਕਿ ਇਹ ਲੰਬੀ ਘੜੀ ਹੋ ਸਕਦੀ ਆ। ਫਿਰ ਗਵਰਨਮੈਂਟ ਨੇ ਡਿਸੀਜਨ ਲਿਆ ਕਿ ਸਾਨੂੰ ਇਦਾਂ ਨਹੀਂ ਸਰਨਾ, ਸਾਨੂੰ ਇਕਨੋਮੀ ਜਿਹੜੀ ਆ ਬਿਜ਼ਨਸ ਖੋਲ੍ਹਣੇ ਪੈਣੇ ਆ। ਪਰ ਉਹਨਾਂ ਨੇ ਫਿਰ ਗਾਈਡਲਾਈਨ ਇਸ਼ੂ ਕਰ ਦਿੱਤੀਆਂ ਕਿ ਕਿਹੜੇ ਬਿਜ਼ਨਸ ਕਿਵੇਂ ਖੁੱਲ੍ਹ ਸਕਦੇ। ਹੁਣ ਜਿੱਦਾਂ ਰੀਸੈਂਟਲੀ ਗੱਲ ਕਰੀਏ ਤਾਂ ਜਿਵੇਂ ਰੈਸਟੋਰੈਂਟ ਉਹਨਾਂ ਨੇ ਕਿਹਾ ਤੁਸੀਂ ਓਪਨ ਕਰ ਸਕਦੇ ਆ, ਪਰ ਆਊਟਡੋਰ ਡਾਈਨਿੰਗ ਕਰੋਗੇ, ਕਿ ਰੈਸਟੋਰੈਂਟ ਦੇ ਵਿੱਚ ਨਹੀਂ ਤੁਸੀਂ ਬਿਠਾ ਕੇ ਲੋਕਾਂ ਨੂੰ ਖਾਣਾ ਖਾਓਗੇ। ਪਹਿਲਾਂ ਤੁਸੀਂ ਟੇਕ ਆਊਟ, ਕਿ ਤੁਸੀਂ ਖਾਣਾ ਆਰਡਰ ਕਰਦੇ ਆ, ਚਾਹੇ ਆਨਲਾਈਨ, ਚਾਹੇ ਉਹਨਾਂ ਦੇ ਫੋਨ ਤੇ ਜਾਂ ਉਹਨਾਂ ਦੇ ਕਾਊਂਟਰ ਤੇ ਜਾ ਕੇ, ਜਿਹੜਾ ਕਿ ਡੋਰ ਦੇ ਸਾਹਮਣੇ ਕਿਸੇ ਬੰਦੇ ਨੂੰ ਖੜੇ ਕੀਤਾ ਹੁੰਦਾ, ਤੇ ਤੁਸੀਂ ਜਿਹੜਾ ਖਾਣਾ ਆਰਡਰ ਕੀਤਾ ਆ ਉਹ ਤੁਹਾਨੂੰ ਪੈਕ ਕਰ ਦੇਣਗੇ ਤੇ ਤੁਸੀਂ ਘਰ ਜਾ ਕੇ ਖਾਓਗੇ, ਉੱਥੇ ਬੈਠ ਕੇ ਨਹੀਂ। ਹੁਣ ਰੈਸਟੋਰੈਂਟਾਂ ਨੂੰ ਥੋੜੀ ਰਾਹਤ ਦਿੱਤੀ ਗਈ, ਉਹਨਾਂ ਕਿਹਾ ਡਾਈਨਿੰਗ ਕਰ ਸਕਦੇ, ਪਰ ਆਊਟਡੋਰ ਰੈਸਟੋਰੈਂਟ ਤੋਂ ਬਾਹਰ ਜਿਹੜੀ ਜਗ੍ਹਾ ਖਾਲੀ ਪਈ ਹੁੰਦੀ ਆ ਉਹਦੇ ਤੇ ਤੁਸੀਂ ਉੱਥੇ ਬੈਠ ਕੇ ਖਾਣਾ ਖਾ ਸਕਦੇ। ਉਹਦੇ ਵਿੱਚ ਵੀ ਗਾਈਡਲਾਈਨ ਦਿੱਤੀਆਂ ਕਿ 6 ਫੁੱਟ ਦੀ ਦੂਰੀ ਹੋਣੀ ਚਾਹੀਦੀ ਆ, ਜਾਂ ਇੰਨੇ ਬੰਦੇ ਹੀ ਬੈਠ ਸਕਦੇ ਆ। ਸੋ ਇਦਾਂ ਹੀ ਸੈਲੂਨਸ ਜਿਹੜੇ ਆ ਉਹ ਵੀ ਉਹਨਾਂ ਨੇ ਕਿਹਾ ਕਿ ਅੰਦਰ ਸਿਰਫ 1 ਜਾਂ 2 ਜਿਹੜੇ ਚੇਅਰਸ ਹੁੰਦੀਆਂ ਵਾ ਉਹਨਾਂ ਤੇ ਬੈਠ ਕੇ ਤੁਸੀਂ ਹੇਅਰ ਕੱਟ ਦੇ ਸਕਦੇ ਆ, ਬਾਕੀ ਲੋਕਾਂ ਨੂੰ ਬਾਹਰ ਹੀ ਦੁਕਾਨ ਦੇ ਇੰਤਜ਼ਾਰ ਕਰਨਾ ਪਊਗਾ। ਜਿਮ ਦੀਆਂ ਅਲੱਗ ਆ, ਇਦਾਂ ਸਾਰੇ ਜਿਹੜੀਆਂ ਰਿਸਟ੍ਰਿਕਸ਼ਨ ਹੈ। ਜਿਵੇਂ ਕਿ ਕਿਸੇ ਨੇ ਫਲਾਈ ਕਰਨਾ ਆ, ਹੁਣ ਜਹਾਜ਼ ਜਿਹੜੇ ਬੰਦ ਹੋਏ ਸੀ, ਸੋ ਜੇ ਜਹਾਜ਼ ਵਿੱਚ ਜਾਣਾ ਵੀ ਆ ਤਾਂ ਉਹ ਸਾਰੀਆਂ ਸੀਟਾਂ ਨਾਲ ਦੀ ਨਾਲ ਨਹੀਂ ਭਰੀਆਂ ਹੋਣੀਆਂ ਚਾਹੀਦੀਆਂ। ਉਹਨਾਂ ਦੀ ਜਿਹੜੀ ਵਿੱਥ ਆ, ਯਾਨੀ ਕਿ ਇਹ 2 ਸੀਟਾਂ ਖਾਲੀ ਛੱਡ ਕੇ ਫਿਰ ਇੱਕ ਹੋਰ ਸੀਟ ਤੇ ਬੰਦਾ ਬਿਠਾਇਆ ਜਾ ਸਕਦਾ, ਪੈਸੇਂਜਰ ਬਿਠਾਇਆ ਜਾ ਸਕਦਾ। ਇਦਾਂ ਹੀ ਜਿਹੜੀਆਂ ਪਬਲਿਕ ਟਰਾਂਸਪੋਰਟੇਸ਼ਨ ਸੀ, ਪਬਲਿਕ ਟਰਾਂਜ਼ਿਟ ਕੰਪਨੀਆਂ ਸੀ, ਉਹਨਾਂ ਨੇ ਵੀ ਜਿੱਦਾਂ ਕਿ 40 ਫੁੱਟ ਦੀ ਇੱਕ ਬੱਸ ਹੁੰਦੀ ਆ, ਉਹਦੇ ਵਿੱਚ ਤਕਰੀਬਨ 30 ਤੋਂ 35 ਸੀਟਾਂ ਹੁੰਦੀਆਂ, ਉਹਨਾਂ ਨੇ ਉਸ ਵਿੱਚ ਸਿਰਫ 6 ਜਾਣੇ ਅਲਾਉਡ ਕੀਤੇ ਆ। ਤੇ ਜਿਹੜਾ ਫਸਟ ਪਾਰਟ ਹੁੰਦਾ ਡਰਾਈਵਰ ਕੰਪਾਰਟਮੈਂਟ ਦਾ, ਉਹਨਾਂ ਨੇ ਉਹਨੂੰ ਸੀਲ ਕਰ ਦਿੱਤਾ ਕਿ ਤਾਂ ਕਿ ਡਰਾਈਵਰ ਸੇਫ ਰਹੇ। ਸੋ ਹਰ ਇੱਕ ਬਿਜ਼ਨਸ ਦਾ ਇਹ 'ਤੇ ਇੰਪੈਕਟ ਪਿਆ। ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਕਿਸ ਤਰੀਕੇ ਨਾਲ ਸਕੂਲ ਸਾਰੇ ਬੰਦ ਕਰ ਦਿੱਤੇ ਗਏ ਹਨ। ਸੋ ਅਮਰੀਕਾ ਦੀ ਇੱਕ ਤਾਰੀਫ ਕਰਨੀ ਇਸ ਵਕਤ ਇਹ ਬਣਦੀ ਆ ਕਿ ਇਹ ਇੱਕ ਇੱਦਾਂ ਦੀ ਕੰਟਰੀ, ਕਹਿ ਲਓ ਕਿ ਡਿਵੈਲਪ ਕੰਟਰੀ ਆ, ਦੁਨੀਆ ਦੀ ਸਿਰਮੌਰ ਕੰਟਰੀ ਆ। ਜਿਹੜੀਆਂ ਸਿਰਮੌਰ ਕੰਟਰੀਆਂ ਵਾ ਦੇਸ਼ ਆ, ਉਹਨਾਂ 'ਚ ਇੱਕ ਨੰਬਰ ਤੇ ਅਮਰੀਕਾ ਵੀ ਆਉਂਦਾ ਆ। ਸੋ ਪਹਿਲੀ ਵਾਰੀ ਇਦਾਂ ਹੋਇਆ ਕਿ ਇੰਨੀ ਵੱਡੀ ਜਿਹੜੀ ਬਿਮਾਰੀ ਜਿਹੜੀ ਆ ਮਹਾਮਾਰੀ ਫੈਲੀ ਤੇ ਲੋਕ ਘਰਾਂ ਵਿੱਚ ਬੰਦ ਹੋ ਗਏ। ਸੋ ਇਹਨਾਂ ਨੇ ਉਹਨਾਂ ਦੀ ਮਦਦ ਖਾਤਰ ਬਹੁਤ ਸਾਰੇ ਨਵੇਂ ਬਿੱਲ, ਨਵੇਂ ਕਾਨੂੰਨ ਪਾਸ ਕੀਤੇ। ਤੇ ਇੱਕ ਬਿੱਲ ਪਾਸ ਹੋਇਆ ਸੀ ਸਟਿਮੂਲਸ ਚੈੱਕ ਵਾਲਾ, ਕਿ $1200 ਹਰ ਇੱਕ ਨੂੰ ਦਿੱਤਾ ਜਾਏਗਾ ਜਿੰਨੇ ਲੋਕ ਅਮਰੀਕਾ ਦੇ ਸਿਟੀਜ਼ਨ ਨੇ, ਜਾਂ ਜਿਨ੍ਹਾਂ ਕੋ ਲੀਗਲ ਪੇਪਰਸ ਨੇ ਤੇ ਇੱਥੋਂ ਦੇ ਰੈਜ਼ੀਡੈਂਟਸ ਨੇ, ਉਹਨਾਂ ਨੂੰ ਦਿੱਤਾ ਜਾਏਗਾ। ਕੈਨੇਡਾ ਵਿੱਚ ਵੀ ਹੋਇਆ ਸੀ ਇੱਦਾਂ। ਸੋ ਅਮਰੀਕਾ ਨੇ ਹੁਣ ਦੁਬਾਰਾ ਜਿਹੜਾ ਵੈਸੇ ਤਾਂ ਬਿੱਲ ਪਾਸ ਨਹੀਂ ਹੋਇਆ ਕਿਉਂਕਿ ਡੈਮੋਕ੍ਰੇਟ ਨੇ ਬਿੱਲ ਪਾਸ ਕਰ ਦਿੱਤਾ, ਤੇ ਜਦੋਂ ਸਾਰੇ ਸੈਨੇਟ, ਸਾਰੀ ਕਾਂਗਰਸਮੈਨ ਪਾਸ ਕਰਦੇ ਆ ਬਿੱਲ, ਫਿਰ ਹੀ ਉਹ ਪੈਸੇ ਆਉਂਦੇ ਆ। ਪਿਛਲਾ ਬਿੱਲ ਸਾਰਿਆਂ ਨੇ ਐਗਰੀ ਕਰ ਗਏ ਸੀ ਤੇ ਪਾਸ ਹੋ ਗਿਆ ਸੀ। ਹੁਣ ਜਿਹੜਾ ਦੂਸਰਾ ਬਿੱਲ ਆ ਉਹ ਡੈਮੋਕ੍ਰੇਟਸ ਪਾਰਟੀ ਨੇ ਪਾਸ ਕਰ ਦਿੱਤਾ। ਤਾਂ ਹੁਣ ਦੇਖਣ ਵਾਲੀ ਗੱਲ ਹੋ ਗਈ, ਜਿਹੜਾ ਦੂਸਰਾ ਬਿੱਲ ਪਾਸ ਕਰਾਉਣ ਜਾ ਰਹੇ ਆ, ਜਿਹਨੂੰ ਕਿ ਹੀਰੋਜ਼ ਐਕਟ ਦਾ ਨਾਂ ਦਿੱਤਾ ਗਿਆ, ਉਹਦੇ ਵਿੱਚ ਜਿਹੜੇ ਲੋਕ ਫਰੰਟ ਲਾਈਨਰ ਤੇ ਕੰਮ ਕਰਦੇ ਆ, ਜਿਵੇਂ ਹਸਪੀਟਲ ਵਿੱਚ ਕੰਮ ਕਰਦੇ ਆ ਜਾਂ ਪਬਲਿਕ ਟਰਾਂਸਪੋਰਟੇਸ਼ਨ ਵਿੱਚ ਕੰਮ ਕਰਦੇ, ਜਿਹੜੇ ਯਾਨੀ ਕਿ
ਪੁਲਿਸ ਡਿਪਾਰਟਮੈਂਟ ਹੋ ਗਿਆ, ਫਾਇਰ ਡਿਪਾਰਟਮੈਂਟ ਹੋ ਗਿਆ, ਇਹ ਜਿਹੜੇ ਲੋਕ ਆ, ਇਹਨਾਂ ਦੀ ਜਿਹੜੀ ਤਨਖਾਹ ਵਿੱਚ ਵਾਧਾ ਕੀਤਾ ਜਾਊਗਾ ਜੇ ਇਹ ਬਿੱਲ ਪਾਸ ਹੋ ਜਾਂਦਾ। ਪਲੱਸ ਜਿਹੜੇ ਲੋਕ ਘਰਾਂ ਵਿੱਚ ਰਹਿੰਦੇ ਉਹਨਾਂ ਨੂੰ ਦੁਬਾਰਾ ਹੋਰ ਪੈਸੇ ਆਉਣ ਦੀ ਵੀ ਉਮੀਦ ਹੋ ਸਕਦੀ ਆ। ਸੋ ਇਦਾਂ ਦਾ ਬਹੁਤ ਕੁਛ ਆ, ਪਰ ਇਹਦਾ ਜਿਹੜਾ ਬਜਟ ਰੱਖਿਆ ਗਿਆ 3 ਟ੍ਰਿਲੀਅਨ ਜਿਹੜੇ ਇਹਦਾ ਬਜਟ ਰੱਖਿਆ ਗਿਆ, ਇੰਨੇ ਪੈਸੇ ਖਰਚਣੇ ਪੈਣਗੇ ਅਮਰੀਕਾ ਨੂੰ ਜੇ ਇਹ ਬਿੱਲ ਪਾਸ ਹੁੰਦਾ। ਸੋ ਮੇਰੇ ਨਜ਼ਰੀਏ ਨਾਲ ਹੋ ਸਕਦਾ ਕਿ ਇਹ ਬਿੱਲ ਜੇ ਪਾਸ ਹੋਊਗਾ ਤੇ ਇਹਦੇ ਵਿੱਚੋਂ ਕਾਫੀ ਚੀਜ਼ਾਂ ਬਦਲਣੀਆਂ ਪੈਣਗੀਆਂ, ਕਿਉਂਕਿ ਬਹੁਤ ਸਾਰੇ ਕਾਰਨ ਆ ਇਸ ਚੀਜ਼ ਦੇ। ਜਿਹੜਾ ਹੀਰੋਜ਼ ਐਕਟ ਵਾਲੀ ਗੱਲ ਕੀਤੀ ਉਹਨਾਂ ਨੇ, ਉਹ ਵਧੀਆ ਕਿ ਜਿਹੜੇ ਲੋਕ ਫਰੰਟ ਲਾਈਨ ਤੇ ਕੰਮ ਕਰਦੇ ਆ ਵਾਕਈ ਉਹਨਾਂ ਨੂੰ ਕੁਝ ਨਾ ਕੁਝ, ਕਈਆਂ ਨੇ ਤਾਂ ਆਪਣੀ ਜ਼ਿੰਦਗੀ ਗਵਾ ਦਿੱਤੀ ਆ ਇਹ ਬਿਮਾਰੀ ਨਾਲ ਲੜਦਿਆਂ, ਕਿਉਂਕਿ ਲੋਕਾਂ ਦੀ ਮਦਦ ਕਰ ਰਹੇ ਸੀ, ਜਿਵੇਂ ਕੋਈ ਡਾਕਟਰ ਹੋ ਗਏ, ਨਰਸ ਹੋ ਗਏ, ਪੁਲਿਸ ਵਿੱਚ ਹੋ ਗਏ, ਫਾਇਰ ਡਿਪਾਰਟਮੈਂਟ ਵਿੱਚ ਹੋ ਗਏ, ਜਿਵੇਂ ਆਪਣੇ ਪੰਜਾਬ 'ਚ ਵੀ ਇੱਕ ASI ਦੀ ਮੌਤ ਹੋ ਗਈ ਸੀ। ਇਸ ਤਰੀਕੇ ਨਾਲ ਚਲੋ ਇਹ ਆਪਾਂ ਇਹਦੇ ਬਾਰੇ ਵੀ ਹੋਰ ਥੋੜ੍ਹੀ ਬਹੁਤੀ ਗੱਲ ਕਰਾਂਗੇ, ਹੋਰ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕਿ ਇੱਕ ਗੱਲ ਮੈਂ ਤੁਹਾਨੂੰ ਕਹਿ ਦੇਵਾਂ, ਜਿਹੜਾ ਕਰੋਨਾ ਦਾ ਜਿਹੜਾ ਗ੍ਰਾਫ ਸੀ ਉਹ ਹੁਣ ਤੱਕ ਘਟਿਆ ਨਹੀਂਗਾ, ਵੱਧਦਾ ਹੀ ਗਿਆ। ਹਾਂ, ਉਹ ਇੱਕ ਵਾਰੀ ਖੜ ਗਿਆ ਸੀ ਤੇ ਜਿਵੇਂ ਨਿਊਯਾਰਕ ਸਟੇਟ ਵਿੱਚ ਸਭ ਤੋਂ ਜ਼ਿਆਦਾ ਸੀ, ਫਿਰ ਉਹ ਕਰਵ ਜਿਹੜੀ ਥੱਲੇ ਨੂੰ ਆ ਗਈ ਸੀ। ਪਰ ਹੁਣ ਕੀ ਹੋਇਆ ਵਾ ਕਿ ਦੁਬਾਰਾ ਬਿਜ਼ਨਸ ਖੋਲ੍ਹਣ ਨਾਲ, ਕਿਉਂਕਿ ਲੋਕੀ ਵੀ ਘਰਾਂ 'ਚ ਰਹਿ ਰਹੇ ਅੱਕ ਗਏ, ਉਹ ਕਹਿੰਦੇ ਵੀ ਡਿਪਰੈਸ਼ਨ ਲੈਵਲ ਬਹੁਤ ਵੱਧ ਗਿਆ, ਜਿਹੜੇ ਡੋਮੈਸਟਿਕ ਵਾਇਲੈਂਸ ਦੇ ਕੇਸ ਬਹੁਤ ਵੱਧ ਗਏ ਆ, ਕਿਉਂਕਿ ਸਾਰੇ ਜਾਣੇ ਘਰੇ ਆ ਤੇ ਲੋਕੀ ਗਿੱਜੇ ਨਹੀਂ ਹੋਏ। ਕਿਉਂਕਿ ਆਪਣੇ ਪੰਜਾਬ ਵਿੱਚ ਤਾਂ ਲੋਕੀ ਫੈਮਲੀਆਂ ਇਕੱਠੀਆਂ ਰਹਿੰਦੀਆਂ, ਤੇ ਉਹ ਜੇ 10-12 ਕਲਚਰ ਵਿੱਚ ਆ ਜਿਹੜੀਆਂ ਜੁਆਇੰਟ ਫੈਮਲੀਜ਼ ਆ। ਹੁਣ ਇੱਥੇ ਬਹੁਤੀ ਵਾਰੀ ਕੀ ਹੁੰਦਾ, ਇੱਕ ਘਰ ਵਿੱਚ ਜੇ 2 ਬੱਚੇ ਆ ਤੇ ਹਸਬੈਂਡ ਤੇ ਵਾਈਫ ਆ, ਤੇ ਬਹੁਤੀ ਵਾਰੀ 5 ਦਿਨ ਤਾਂ ਉਹ ਸਵੇਰੇ, ਇੱਕ ਜਾਣਾ ਸਵੇਰੇ ਕੰਮ ਕਰਦਾ, ਇੱਕ ਜਾਣਾ ਰਾਤ ਨੂੰ ਕੰਮ ਕਰਦਾ, ਕਿਉਂਕਿ ਖਰਚੇ ਵੀ ਉਨੇ ਹੀ ਆ। ਸੋ ਇੱਕ ਬੈਲੈਂਸ ਬਣਾ ਕੇ ਰੱਖਿਆ ਜਾਂਦਾ ਇੱਥੇ। ਪਰ ਜਦੋਂ ਹੁਣ ਸਾਰੇ ਜਾਣੇ ਇਕੱਠੇ ਆ ਤਾਂ ਆਪਣੀ ਉਹਨਾਂ ਦੀ ਜਿਹੜੀ ਮਾਨਸਿਕ ਸਥਿਤੀ ਆ, ਤੇ ਉਹ ਕਈ ਵੇਲੇ ਡੋਮੈਸਟਿਕ ਵਾਇਲੈਂਸ ਵੀ ਪੈਦਾ ਕਰ ਦਿੰਦੀ ਆ, ਬੱਚਿਆਂ ਨੂੰ ਵੀ, ਜਿਹੜੇ ਵੱਡੇ ਆ ਉਹਨਾਂ ਵਿੱਚ ਵੀ। ਸੋ ਸਾਰੇ ਲੋਕ ਘਰਾਂ ਚੋਂ ਨਿਕਲਣਾ ਚਾਹੁੰਦੇ ਆ। ਜਿਵੇਂ ਪਿਛਲੇ ਵੀਕ ਮੈਂ ਵੀ ਬਾਹਰ ਨਿਕਲ ਕੇ ਦੇਖਿਆ ਸੀ ਕਿ ਬੀਚ ਇੱਕ ਤੇ ਗਿਆ ਸੀ ਮੈਂ, ਤਾਂ ਉੱਥੇ ਬਹੁਤ ਸਾਰੇ ਲੋਕੀ ਆਏ ਹੋਏ ਸੀ। ਤੇ ਮੈਨੂੰ ਇੱਕ ਗੱਲ ਵਧੀਆ ਲੱਗੀ, ਕਿਉਂਕਿ ਇੱਥੋਂ ਦੇ ਲੋਕ ਨੇਚਰ ਲਵਰ ਆ, ਕਿਉਂਕਿ ਉਹ ਕੋਸ਼ਿਸ਼ ਕਰਦੇ ਆ ਕਿ ਬਾਹਰ ਜਾ ਕੇ ਛੁੱਟੀਆਂ ਬਿਤਾਈਆਂ ਜਾਣ, ਸਮੁੰਦਰ ਤੇ ਜਾਂਦੇ ਆ, ਪਹਾੜਾਂ ਤੇ ਜਾਂਦੇ ਆ। ਤੇ ਇੱਕ ਗੱਲ ਉੱਥੇ ਖਾਸ ਦੇਖਣ ਨੂੰ ਮਿਲੀ ਕਿ ਬਾਕੀ ਲੋਕ ਜਿਹੜੇ ਉੱਥੇ ਆਏ ਹੋਏ ਸੀ, ਉਹਨਾਂ ਦੇ ਮੂੰਹ ਤੇ ਖੁਸ਼ੀ ਝਲਕਦੀ ਸੀ। ਬੱਚੇ ਰੇਤਾ ਵਿੱਚ ਖੇਡ ਰਹੇ ਸੀ, ਕੁਛ ਓਸ਼ਨ ਵਿੱਚ ਜਾ ਕੇ ਪਾਣੀ ਨਾਲ ਅਟਖੇਲੀਆਂ ਕਰਦੇ ਸੀ। ਸੋ ਉਹ ਜਿਹੜਾ ਸਾਰਾ ਨਜ਼ਾਰਾ ਆ, ਉਹ ਇੱਕ ਤਰ੍ਹਾਂ ਨਾਲ ਤੁਹਾਨੂੰ ਠੰਡਕ ਦਿੰਦਾ ਆ। ਤੁਹਾਡੀ ਜਿਹੜੀ ਮਾਨਸਿਕ, ਤੁਸੀਂ ਘਰੇ ਰਹਿ ਕੇ ਜਿਹੜੀ ਤੁਹਾਡੀ ਸਥਿਤੀ ਬਣੀ ਆ ਮਾਨਸਿਕ, ਉਹਨੂੰ ਇੱਕ ਬ੍ਰੇਕ ਦਿੰਦਾ ਆ। ਪਰ ਪ੍ਰੋਬਲਮ ਕੀ ਹੁੰਦੀ ਆ, ਜਦੋਂ ਤੁਸੀਂ ਉਹ ਗਾਈਡਲਾਈਨ ਨਹੀਂ ਫੋਲੋ ਕਰਦੇ, ਤੁਸੀਂ ਹੈਂਡਸ਼ੇਕ ਕਰਦੇ ਆ, ਤੁਸੀਂ ਲੋਕਾਂ ਨਾਲ ਕੋਲ ਜਾ ਕੇ ਗੱਲਾਂ ਕਰਦੇ ਆ, ਤੁਸੀਂ ਮਾਸਕ ਨਹੀਂ ਵੀਅਰ ਕਰਦੇ, ਉਦੋਂ ਇਹ ਜਿਹੜੀ ਬਿਮਾਰੀ ਆ ਤੁਹਾਨੂੰ ਆਣ ਚੰਬੜ ਸਕਦੀ ਆ। ਸੋ ਜੇ ਗਾਈਡਲਾਈਨ ਆਪਾਂ ਫੋਲੋ ਕਰੀਏ ਸਾਰੀਆਂ ਜਿਹੜੀਆਂ ਗਵਰਨਮੈਂਟ ਨੇ ਸਾਨੂੰ ਦਿੱਤੀਆਂ ਵੀ ਆ, ਹੋ ਸਕਦਾ ਅਸੀਂ ਕੰਮ ਕਰ ਵੀ ਇੱਦਾਂ ਕਰੀਏ, ਘੁੰਮੀਏ ਫਿਰੀਏ ਵੀ, ਕਿਉਂਕਿ ਇਹ ਬਿਮਾਰੀ 1 ਜਾਂ 2 ਜਾਂ 3 ਦਿਨਾਂ 'ਚ ਤੇ ਜਾਣ ਵਾਲੀ ਨਹੀਂ, ਜਿਵੇਂ ਦੇ ਇਹਦੇ ਅਸਾਰ ਆ। ਤੇ ਇਹ 'ਚ ਵੀ ਕੋਈ ਸ਼ੱਕ ਨਹੀਂ ਕਿ ਇਹ ਬਿਮਾਰੀ ਹਮੇਸ਼ਾ ਰਹੂਗੀ। ਠੀਕ ਆ ਜੀ, ਜਦੋਂ ਦੁੱਖ ਆਉਂਦਾ ਆ ਤਾਂ ਸੁੱਖ ਆਉਂਦਾ ਆ, ਤੇ ਜਦੋਂ ਸੁੱਖ ਆ ਜਾਵੇ ਫਿਰ ਦੁੱਖ ਵੀ ਆਉਂਦਾ ਹੈ। ਸੋ ਇਹ ਦੋਨੋਂ ਹੀ ਸਮਾਨ ਆ, ਤੁਰੇ ਆਉਂਦੇ ਆ। ਦੂਜਾ ਜਿਹੜਾ ਸਭ ਤੋਂ ਵੱਡਾ ਇਸ਼ੂ ਹੋ ਗਿਆ ਸੀ, ਉਹ ਹੋ ਗਿਆ ਸੀ ਜਾਰਜ ਫਲੋਇਡ ਨਾਮ ਦਾ ਇੱਕ ਜਿਹੜਾ ਬਲੈਕ ਅਮਰੀਕਨ ਬੰਦਾ ਸੀ, ਉਹਦੀ ਡੈਥ ਹੋ ਗਈ ਸੀ। ਸੋ ਜਿਹੜੀ ਇਹ ਕਮਿਊਨਿਟੀ ਆ, ਜਿਵੇਂ ਆਪਣੀ ਪੰਜਾਬੀ ਕਮਿਊਨਿਟੀ ਆ, ਚਾਈਨੀਜ਼ ਕਮਿਊਨਿਟੀ ਆ, ਇਹਨਾਂ ਦੀ ਵੀ ਆਪਣੀ ਕਮਿਊਨਿਟੀ, ਤੇ ਇਹ ਬੜੇ ਲੰਮੇ ਸਮੇਂ ਤੋਂ, ਇਹਦਾ ਗੱਲ ਕੋਈ ਕਿੰਨੇ ਸਾਲਾਂ ਤੋਂ ਇਹ ਲੜਦੇ ਆ ਰਹੇ ਆ ਕਿ ਸਾਨੂੰ ਵੀ ਉਨੇ ਅਧਿਕਾਰ ਦਿੱਤੇ ਜਾਣ। ਤੇ ਇਹ ਕਹਿੰਦੇ ਕਿ ਸਾਡੇ ਨਾਲ ਧੱਕਾ ਹੋਇਆ ਵਾ, ਪੁਲਿਸ ਸਾਨੂੰ ਧੱਕਾ ਕਰਦੀ ਆ, ਤੇ ਉਸ ਬੰਦੇ ਨੂੰ ਇਹਨਾਂ ਨੇ ਪੁਲਿਸ ਨੇ ਜਿਵੇਂ ਕਿ ਉਹ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੂੰ ਫਾਇਰ ਵੀ ਕੀਤਾ ਗਿਆ। ਫਿਰ ਵੀ ਉਹ ਜਿਹੜਾ ਪ੍ਰੋਟੈਸਟ ਬਹੁਤ ਵੱਡੇ ਪੱਧਰ ਤੇ ਹੋ ਗਿਆ, ਤੇ ਫਿਰ ਉਹਨਾਂ ਨੇ ਅਰੈਸਟ ਕੀਤਾ ਤੇ ਉਹਨਾਂ ਤੇ ਮਰਡਰ ਦੇ ਚਾਰਜਸ ਲਗਾਏ। ਹੁਣ ਪ੍ਰੋਬਲਮ ਕੀ ਹੋਈ ਕਿ ਜਿੰਨਾ ਚਿਰ ਤੱਕ ਤੇ ਪ੍ਰੋਟੈਸਟ ਸੀ ਤੇ ਠੀਕ ਸੀ, ਉਸ ਤੋਂ ਬਾਅਦ ਕੁਝ ਐਸੇ ਅਨਸਰ ਵਿੱਚ ਰਲ ਗਏ
ਕਿ ਪ੍ਰੋਟੈਸਟ ਦਾ ਸਹਾਰਾ ਲੈ ਕੇ ਉਹਨਾਂ ਨੇ ਲੁੱਟਾਂ ਖੋਹਾਂ ਸ਼ੁਰੂ ਕਰ ਦਿੱਤੀਆਂ। ਜੇ ਮੈਂ ਕੈਲੀਫੋਰਨੀਆ ਦੀ ਗੱਲ ਕਰਾਂ ਤਾਂ ਪਤਾ ਨਹੀਂ ਕਿੰਨੇ ਸਟੋਰ ਲੁੱਟ ਲਏ। ਲਾਸ ਐਂਜਲਸ ਵਿੱਚ ਵੀ ਬਹੁਤ ਵੱਡਾ ਜਿਹੜੇ ਸਟੋਰ ਸੀ ਉਹਨਾਂ ਨੂੰ ਲੁੱਟ ਕੇ ਬਾਅਦ ਵਿੱਚ ਅੱਗ ਲਗਾ ਦਿੱਤੀ ਜੀ। ਇੱਕ ਜਿਹੜੀ ਗੱਡੀਆਂ ਦਾ ਸ਼ੋਰੂਮ ਸੀ ਡੌਜ, ਇੱਕ ਸ਼ਹਿਰ ਆ ਸੈਨ ਲਿਆਂਡਰੋ, ਉਹਦੇ ਵਿੱਚ ਤਕਰੀਬਨ 70 ਗੱਡੀਆਂ ਚੋਰੀ ਕਰਕੇ ਲੈ ਗਏ। ਇਹ ਪ੍ਰੋਟੈਸਟ ਦੇ ਦੌਰਾਨ ਉਹਨਾਂ ਨੇ ਸ਼ੀਸ਼ੇ ਭੰਨ ਕੇ, ਚਾਬੀਆਂ ਦਾ ਗੁੱਛਾ ਕੱਢ ਕੇ ਸਾਰੀਆਂ ਗੱਡੀਆਂ ਸਟਾਰਟ ਕਰਕੇ ਲੈ ਗਏ। ਬਾਅਦ ਵਿੱਚ ਪੁਲਿਸ ਨੇ ਉਹ 60 ਗੱਡੀਆਂ ਰਿਕਵਰ ਕਰ ਲਈਆਂ ਤੇ 5 ਜਣੇ ਨੂੰ ਅਰੈਸਟ ਵੀ ਕੀਤਾ। ਬਹੁਤ ਸਾਰੇ ਜਿਹੜੇ ਵੱਡੇ ਵੱਡੇ ਬ੍ਰਾਂਡ ਆ, ਕੱਪੜਿਆਂ ਦਾ ਬ੍ਰਾਂਡ ਹੋ ਗਿਆ, ਜਿਊਲਰੀ ਦੇ ਬ੍ਰਾਂਡ ਹੋ ਗਏ, ਬਹੁਤ ਸਾਰੀਆਂ ਇੱਦਾਂ ਦੇ ਬ੍ਰਾਂਡ ਜੀ ਨੇਮ ਸੀ ਜਿਹੜੇ ਜਿਵੇਂ ਨਾਈਕੀ ਹੋ ਗਿਆ ਜਾਂ ਇੱਦਾਂ ਦੇ ਕਿੰਨੇ ਵੀ ਲਗਾ ਲਓ, ਉਹ ਲੁੱਟ ਲਏ ਗਏ। ਟਾਰਗੇਟ, ਵਾਲਮਾਰਟ, ਕਿੰਨੇ ਸਟੋਰ ਉਹ ਭੰਨ ਕੇ ਤੇ ਉਹਨਾਂ ਵਿੱਚੋਂ ਵਾਲਗ੍ਰੀਨ, CVC ਇੱਦਾਂ ਦੇ ਲੁੱਟ ਕੇ ਲੈ ਕੇ ਗਏ। ਤੇ ਬਾਅਦ ਵਿੱਚ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਗਲਤ ਵੀ ਕਿਹਾ। ਈਵਨ ਕਿ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹ ਕਹਿੰਦੇ ਕਿ ਅਸੀਂ ਆਵਾਜ਼ ਆਪਣੀ ਪਹੁੰਚਾਉਣੀ ਚਾਹੁੰਦੇ ਆ ਸਰਕਾਰ ਦੇ ਕੰਨਾਂ ਤੱਕ ਕਿ ਸਾਡੇ ਨਾਲ ਧੱਕਾ ਹੋ ਰਿਹਾ। ਪਰ ਜਦੋਂ ਇੱਦਾਂ ਦਾ ਕੁਝ ਹੁੰਦਾ ਆ, ਵਿੱਚ ਗਲਤ ਅਨਸਰ ਰਲ ਜਾਂਦੇ ਆ, ਤਾਂ ਉਹਦੇ ਨਾਲ ਫਿਰ ਜਿਹੜੀ ਅਸਲੀ ਮੈਸੇਜ ਆ ਉਹ ਨਹੀਂ ਪਹੁੰਚ ਪਾਉਂਦਾ। ਸੋ ਇਸ ਚੀਜ਼ ਨੇ ਵੀ ਪਹਿਲਾਂ ਤਾਂ ਕਰੋਨਾ ਵਾਇਰਸ ਦੀ ਮਾਰ ਪਈ ਹੋਈ ਸੀ। ਹੁਣ ਪ੍ਰੋਬਲਮ ਕੀ ਆ ਕਿ ਜਿਹੜੀਆਂ ਵੱਡੇ ਬ੍ਰਾਂਡ ਹੈ ਜਾਂ ਵੱਡੀਆਂ ਕੰਪਨੀਆਂ, ਉਹਨਾਂ ਦੇ ਜੇ 1 ਜਾਂ 2 ਜਾਂ 4, 5, 10 ਸਟੋਰ ਇੱਦਾਂ ਹੁੰਦੇ ਵੀ, ਉਹਨਾਂ ਕੋਲ ਇੰਸ਼ੋਰੈਂਸਾਂ ਬਹੁਤ ਵੱਡੀਆਂ ਹੁੰਦੀਆਂ, ਕਵਰ ਹੋ ਜਾਂਦਾ। ਸਭ ਤੋਂ ਜ਼ਿਆਦਾ ਮਾਰ ਪਈ ਹੈ ਛੋਟੇ ਬਿਜ਼ਨਸਮੈਨ ਨੂੰ, ਜਿਹਦਾ ਇੱਕ ਹੀ ਰੈਸਟੋਰੈਂਟ ਸੀ, ਜਿਹਦੀ ਇੱਕ ਹੀ ਦੁਕਾਨ ਸੀ। ਉਹਨਾਂ ਦੁਕਾਨਾਂ ਦੇ ਸ਼ੀਸ਼ੇ ਭੰਨ ਲਏ ਗਏ, ਉਹਨਾਂ ਦੀ ਲੁੱਟ ਖੋਹ ਹੋ ਗਈ, ਉਹਨਾਂ ਦੀ ਤੋੜ ਭੰਨ ਕੀਤੀ ਗਈ ਅੰਦਰ ਜਾ ਕੇ। ਹੁਣ ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਕਸੂਰ ਤਾਂ ਵੱਡੇ ਸਟੋਰਾਂ ਵਾਲਾ ਨਵੇਂ ਸੀ। ਜਿਵੇਂ ਐਪਲ ਦੇ ਸਟੋਰ ਲੁੱਟੇ ਆ, ਪਰ ਐਪਲ ਦੇ ਜਿਹੜੇ CEO ਆ ਉਹਨਾਂ ਨੇ ਡੋਨੇਟ ਵੀ ਕੀਤਾ ਆ, ਜਿਹੜੇ ਜਾਰਜ ਫਲੋਇਡ ਦੀ ਜਿਹੜੀ ਫੈਮਿਲੀ ਆ, ਕਿ ਅਸੀਂ ਤੁਹਾਡੇ ਨਾਲ ਸਿੰਪਥੀ ਰੱਖਦੇ ਆ। ਉਹ ਤਾਂ ਹੈਗੇ ਵੱਡੇ $1 ਟ੍ਰਿਲੀਅਨ 'ਚ ਖੇਲਦੇ ਆ, ਪਰ ਜਿਹੜਾ ਇੱਕ ਛੋਟਾ ਬਿਜ਼ਨਸਮੈਨ ਆ ਉਹਨੂੰ ਜ਼ਰੂਰ ਮਾਰ ਪਈ ਆ, ਜਿਹਦਾ ਇੱਕ ਰੈਸਟੋਰੈਂਟ ਪਹਿਲੋਂ ਹੀ 6 ਮਹੀਨੇ ਹੋ ਗਏ, 4 ਮਹੀਨੇ ਹੋ ਗਏ ਬੰਦ ਪਏ ਨੂੰ, ਤੇ ਉਹਨੂੰ ਜੇ ਸਰਕਾਰ ਨਾ ਮਦਦ ਕਰਦੀ ਹਨਾ ਤੇ ਉਹ ਵੈਸੇ ਡੁੱਬਾ ਸੀ। ਪਰ ਜੋ ਚਲੋ ਫਿਰ ਵੀ ਕੋਸ਼ਿਸ਼ ਕਰਦਾ ਕਿ ਹੁਣ ਸਾਫ਼ ਸਫਾਈ ਕੀਤੀ ਸੀ, ਰੈਡੀ ਟੂ ਓਪਨ ਸੀ, ਕਿ ਹੋਰ 2, 4, 5 ਦਿਨਾਂ ਤੱਕ ਇਹ ਮਾਰ ਜਿਹੜੀ ਘਟ ਜੂਗੀ ਤੇ ਸਰਕਾਰ ਸਾਨੂੰ ਆਰਡਰ ਦੇਊਗੀ, ਤੁਸੀਂ ਗਾਈਡਲਾਈਨ ਫੋਲੋ ਕਰਕੇ ਰੈਸਟੋਰੈਂਟ ਓਪਨ ਕਰ ਸਕਦੇ ਆ। ਤੇ ਪਰ ਹੋਇਆ ਕਿ ਉਹਨਾਂ ਦੇ ਰੈਸਟੋਰੈਂਟ ਭੰਨ ਦਿੱਤੇ ਗਏ। ਸੋ ਬਹੁਤ ਸਾਰੇ ਲੋਕਾਂ ਨੇ ਜਿਹੜੇ ਸ਼ੀਸ਼ੇ ਉਹਨਾਂ ਦੇ ਅੱਗੇ ਪਲਾਈਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਲੋਕੀ ਸ਼ੀਸ਼ੇ ਨਾ ਤੋੜਨ। ਸੋ ਇਦਾਂ ਦੀਆਂ ਕਹਾਣੀਆਂ। ਬਿਜ਼ਨਸ ਜਿਹੜੇ ਆ ਹੁਣ ਜਿਹੜੇ ਓਪਨ ਹੋ ਚੁੱਕੇ ਆ, ਉਹਦੇ ਨਾਲ ਕੀ ਹੋਇਆ ਕਿ ਜਿਹੜੇ ਲੋਕਾਂ ਨੇ ਫਾਈਲ ਕੀਤੀ ਸੀ ਅਨਐਮਪਲੋਇਮੈਂਟ ਅਸੀਂ ਉਦੋਂ ਫਾਈਲ ਕਰਦੇ ਹਾਂ ਜਦੋਂ ਸਾਨੂੰ ਨੌਕਰੀ ਤੇ ਅਸੀਂ ਜਾਣਾ ਚਾਹੁੰਦੇ ਪਰ ਨੌਕਰੀ ਬੰਦ ਹੋ ਚੁੱਕੀ ਆ, ਤਾਂ ਅਸੀਂ ਸਰਕਾਰ ਨੂੰ ਕਹਿੰਦੇ ਕਿ ਅਸੀਂ ਤੇ ਜਾਣਾ ਚਾਹੁੰਦੇ ਆ ਪਰ ਸਾਨੂੰ ਨੌਕਰੀ ਨਹੀਂ ਮਿਲ ਰਹੀ ਤੇ ਸਾਡੀ ਮਦਦ ਕਰੋ। ਫਿਰ ਸਰਕਾਰ ਸਾਨੂੰ ਪੈਸੇ ਦਿੰਦੀ ਹੈ। ਇਸ ਵਾਰੀ ਕੀ ਹੋਇਆ ਕਿ ਸਰਕਾਰ ਨੇ $600 ਐਕਸਟਰਾ ਦਿੱਤੇ ਇਸ ਕਰੋਨਾ ਵਾਇਰਸ ਕਰਕੇ ਕਿ ਤੁਹਾਨੂੰ ਲੋੜ ਆ ਹਨਾ, ਤੁਹਾਡੇ ਕੋਲ ਨੌਕਰੀ ਨਹੀਂ ਹੈਗੀ। ਉਹ ਕਈ ਲੋਕਾਂ ਦਾ ਚੈੱਕ ਘੱਟ ਆਉਂਦਾ ਸੀ ਜਦੋਂ ਨੌਕਰੀ ਕਰਦੇ ਸੀ, ਪਰ ਜਦੋਂ ਇਹ $600 ਉਹਨਾਂ ਨੂੰ ਹਰ ਵੀਕ ਦੇ ਜ਼ਿਆਦਾ ਮਿਲਣ ਕਰਕੇ ਤੇ ਉਹਨਾਂ ਦੇ ਚੈੱਕ ਬਹੁਤ ਸੋਹਣੇ ਹੋ ਗਏ। ਕਹਿੰਦੇ ਠੀਕ ਆ, ਘਰੇ ਰਹਿੰਦੇ, TV ਦੇਖਦੇ ਆ ਤੇ ਆਪਾਂ ਨੂੰ ਲੋੜ ਨਹੀਂ। ਪਰ ਹੁਣ ਉਹ ਬਿਜ਼ਨਸ ਕਈ ਓਪਨ ਹੋ ਗਏ ਆ, ਉਹ ਹਲੇ ਵੀ ਨਹੀਂ ਜਾਣਾ ਚਾਹੁੰਦੇ। ਸਰਕਾਰ ਨੇ ਗਾਈਡਲਾਈਨ ਦਿੱਤੀਆਂ ਵਾ। ਹੁਣ ਜਿਹੜੇ ਲੋਕ ਵਾਪਸ ਆ ਗਏ ਕੰਮਾਂ ਤੇ, ਉਹਨਾਂ ਦੀ ਜਿਹੜੀ ਅਨਐਮਪਲੋਇਮੈਂਟ ਦੇ ਜਿਹੜੇ ਬੈਨੀਫਿਟ ਆ ਉਹ ਬੰਦ ਹੋ ਜਾਣਗੇ, ਕਿਉਂਕਿ ਉਹਨਾਂ ਨੂੰ ਹੁਣ ਜਿੱਥੇ ਉਹ ਕੰਮ ਕਰਦੇ ਉੱਥੋਂ ਚੈੱਕ ਆਊਗਾ। ਅਨਐਮਪਲੋਇਮੈਂਟ ਘਟਣ ਦੇ ਕਰਕੇ ਇਕਨੋਮੀ ਜਿਹੜੀ ਡਾਊਨ ਗਈ ਸੀ ਉਹ ਉੱਪਰ ਹੋ ਗਈ, ਕਿਉਂਕਿ ਰੈਵਨਿਊ ਫਿਰ ਦੁਬਾਰਾ ਜਿਹੜਾ ਹੁਣ ਸਟੋਰ ਬੰਦ ਪਿਆ ਸੀ, ਰੈਸਟੋਰੈਂਟ ਬੰਦ ਪਿਆ ਸੀ ਫੋਰ ਐਗਜ਼ਾਮਪਲ, ਹੁਣ ਉੱਥੇ ਲੋਕੀ ਆਉਣਗੇ, ਉਹ ਰੈਸਟੋਰੈਂਟ ਪੈਸੇ ਕਮਾਊਗਾ। ਉਹਦੇ ਨਾਲ ਕੀ ਹੁੰਦਾ ਆ ਕਿ ਚੇਨ ਆ ਪੂਰੀ ਦੀ ਪੂਰੀ ਘੁੰਮਦੀ, ਉਹ ਚੱਲ ਪੈਂਦੀ ਆ। ਹੁਣ ਅਨਐਮਪਲੋਇਮੈਂਟ ਬੰਦ ਹੋਣ ਨਾਲ ਜਿਹੜੀ ਇਕਨੋਮੀ ਆ ਉਹ ਥੋੜੀ ਜੀ ਅਪ ਹੋ ਗਈ। ਸੋ ਟਰੰਪ ਐਡਮਿਨਿਸਟ੍ਰੇਸ਼ਨ ਦੀ ਇੱਕ ਗੱਲ ਖਾਸ ਰਹੀ ਆ, ਕਿਉਂਕਿ ਟਰੰਪ ਸਾਹਿਬ ਆਪ ਸਾਰੀ ਉਮਰ ਬਿਜ਼ਨਸ ਵਿੱਚ ਰਹੇ ਆ ਤੇ ਉਹਨਾਂ ਦਾ ਤਜਰਬਾ ਸੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ, ਮੈਂ ਤੇ ਕਹੂੰਗਾ ਕਿ ਵਾਕਈ ਜੋ ਮਰਜ਼ੀ ਕੋਈ ਵੀ ਕਵੇ, ਪਰ ਇਸ ਮਾਮਲੇ 'ਚ ਇਕਨੋਮੀ ਪਹਿਲੋਂ ਵੀ ਉੱਪਰ ਹੋ ਚੁੱਕੀ ਸੀ ਤੇ ਪਰ ਜਦੋਂ ਇਹ
ਬਿਮਾਰੀ ਆਈ ਤੇ ਇਕਨੋਮੀ ਬਿਲਕੁਲ ਥੱਲੇ ਡਿੱਗ ਪਈ ਸੀ ਤੇ ਹੁਣ ਉਹਨਾਂ ਨੇ ਫਿਰ ਵੀ ਇੱਕਦਮ ਇਹਨੂੰ ਚੱਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉੱਪਰ ਥੱਲੇ ਜਾ ਰਹੀ ਆ, ਪਰ ਜਿੰਨੀ ਮਾਰਚ ਦੇ 20 ਤੋਂ ਲੈ ਕੇ 24 ਜਿਹੜਾ ਵੀਕ ਸੀ ਉਹਦੇ ਵਿੱਚ ਜਿੰਨੇ ਡਾਊਨ ਸੀ ਉਹ ਤੋਂ ਥੱਲੇ ਨਹੀਂ ਗਈ, ਉਹ ਤੋਂ ਉੱਪਰ ਆ ਰਹੀ ਆ। ਤੇ ਜਦੋਂ ਅਨਐਮਪਲੋਇਮੈਂਟ, ਜਦੋਂ ਹੁਣ ਬਿਜ਼ਨਸ ਦੁਬਾਰਾ ਖੁੱਲਣਗੇ, ਮਾਲ ਖੁੱਲਣਗੇ, ਰੈਸਟੋਰੈਂਟ ਖੁੱਲਣਗੇ ਤੇ ਉਹ ਹੋਰ ਉੱਪਰ ਜਾਏਗੀ। ਵੱਡੀਆਂ ਕੰਪਨੀਆਂ ਜਿਵੇਂ ਹਰਟਸ ਜਿਹੜੀ ਕਾਰ ਸੇਲ ਆ, ਰੈਂਟਲ ਹੈ ਕਾਰ, ਜਿਹਦਾ ਆਪਾਂ ਰੈਂਟ ਲੈਂਦੇ ਕਾਰਾਂ ਤੇ ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਸੀ, ਕਿਉਂਕਿ ਸਾਰੇ ਲੋਕੀ ਘਰਾਂ ਵਿੱਚ ਸੀ ਤੇ ਉਹਨਾਂ ਦੇ ਜਿਹੜਾ ਹੁਣ ਬਾਹਰ ਘੁੰਮਣ ਜਾਂਦਾ ਨਹੀਂ ਤੇ ਉਹਨੇ ਰੈਂਟ ਜਿਹੜੀ ਕਾਰ ਨਹੀਂ ਲੈਣੀ ਹਨਾ, ਤੇ ਉਹਨਾਂ ਦਾ ਜਿਹੜਾ ਸਾਰੇ ਦਾ ਸਾਰਾ ਬਿਜ਼ਨਸ ਸੀ ਉਹ ਖੜ ਗਿਆ ਸੀ ਤੇ ਖਰਚੇ ਤਾਂ ਉਨੇ ਹੀ ਆ, ਇੰਸ਼ੋਰੈਂਸਾਂ ਉੱਦਾਂ ਜਾਈ ਜਾਂਦੀਆਂ, ਪੇਮੈਂਟਾਂ ਉੱਦਾਂ ਜਾਈ ਜਾਂਦੀਆਂ, ਤਾਂ ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ। ਸੋ ਜਿਹੜੀ ਇਹਨਾਂ ਨੇ ਗੱਡੀਆਂ ਵੇਚਣੀਆਂ ਲਾਈਆਂ ਹੋਈਆਂ, ਤੇ ਮੈਂ ਖਬਰਾਂ ਦੇ ਜ਼ਰੀਏ ਦੱਸਣਾ ਚਾਹੁੰਦਾ ਕਿ ਜੇ ਕਿਸੇ ਨੇ ਕਾਰ ਖਰੀਦਣੀ ਆ ਤੇ ਥੋੜਾ ਜਿਹਾ ਇਹਨਾਂ ਨੇ ਡਿਸਕਾਊਂਟ ਦੇਣੇ ਸ਼ੁਰੂ ਕੀਤੇ। ਜਿਵੇਂ ਬਹੁਤ ਸਾਰੀਆਂ ਗੱਡੀਆਂ ਤੇ 12% ਤੋਂ ਲੈ ਕੇ 15-20% ਤੱਕ ਵੀ ਡਿਸਕਾਊਂਟ ਦੇ ਕੇ ਉਹ ਕਾਰਾਂ ਸੈੱਲ ਕਰ ਸਕਦੇ ਆ। ਇਹਨਾਂ ਦੀ ਮੇਨਟੇਨੈਂਸ ਵਧੀਆ ਹੁੰਦੀ ਆ। ਬਾਕੀ ਤੁਸੀਂ ਉਹਨਾਂ ਦੀ ਜਿਹੜੀ ਵੈਬਸਾਈਟ ਤੇ ਜਾ ਕੇ ਹੋਰ ਜਾਣਕਾਰੀ ਲੈ ਸਕਦੇ ਆ। ਬੇ ਏਰੀਆ ਦੇ ਵਿੱਚ ਇੱਕ ਜਿਹੜੀ ਬੜੀ ਵੱਡੀ ਮੂਵਮੈਂਟ ਆਊਗੀ ਬਾਟ ਦੀ। ਜਿਹੜੀ ਬਾਟ ਆ ਉਹ ਸੈਨ ਫਰਾਂਸਿਸਕੋ ਨਾਲ ਜੋੜਦੀ ਹੈ ਜਿੰਨੇ ਬੇ ਏਰੀਆ ਦੇ ਸਿਟੀ ਆ, ਤੇ ਫਰੀਮੌਂਟ ਤੱਕ ਇੱਕ ਬਾਟ ਆਉਂਦੀ ਸੀ। ਜਿਹੜੇ ਲੋਕ ਬੇ ਏਰੀਆ 'ਚ ਰਹਿੰਦੇ ਉਹ ਇਹ ਖਬਰਾਂ ਦੇਖਦੇ ਉਹਨਾਂ ਨੂੰ ਪਤਾ ਲੱਗੇਗਾ। ਤੇ ਉਹ ਜਿਹੜੀ ਹੁਣ ਬਾਟ ਆ ਉਹ ਸੈਨੋਜ਼ੇ ਤੱਕ ਚਲੇ ਗਈ ਆ। ਹੁਣ ਸੈਨੋਜ਼ੇ ਨਾਲ ਵੀ ਅੱਗੇ ਹੋਰ ਬਹੁਤ ਸਿਟੀਆਂ ਜੁੜਦੀਆਂ ਵਾ, ਤੇ ਹੁਣ ਬਹੁਤ ਸਾਰੇ ਲੋਕ ਸੈਨ ਫਰਾਂਸਿਸਕੋ ਜਾ ਕੇ ਕੰਮ ਕਰਦੇ ਆ। ਹੁਣ ਜਦੋਂ ਇਹ ਬਾਟ ਸੈਨੋਜ਼ੇ ਤੱਕ ਜਾਂਦੀ ਆ, ਬ੍ਰਿਆਸਾ ਸਟੇਸ਼ਨ ਤੱਕ 2 ਸਟੇਸ਼ਨ ਨਵੇਂ ਜੋੜੇ ਗਏ ਆ, ਤੇ ਆਸ ਕੀਤੀ ਜਾਂਦੀ ਆ ਕਿ ਬਹੁਤ ਸਾਰੇ ਲੋਕ ਇਸ ਬਾਟ ਦਾ, ਕਿਉਂਕਿ ਆਲਰੇਡੀ 1 ਮਿਲੀਅਨ ਲੋਕ ਜਿਹੜੇ ਆ 1 ਲੱਖ ਲੋਕ ਰੋਜ਼ ਬਾਟ ਨੂੰ ਯੂਜ਼ ਕਰਕੇ ਸੈਨ ਫਰਾਂਸਿਸਕੋ ਤੋਂ ਅਪ ਡਾਊਨ ਕਰਦੇ ਸੀ ਜਾਂ ਹੋਰ ਸਿਟੀਆਂ ਤੋਂ। ਇਹ ਜਿਹੜਾ ਪ੍ਰੋਟੈਸਟ ਚੱਲਦਾ ਪਿਆ ਸੀ ਜਾਰਜ ਫਲੋਇਡ ਦਾ, ਸਾਰੀਆਂ ਸਿਟੀਆਂ 'ਚ ਪ੍ਰੋਟੈਸਟ ਹੋਇਆ, ਬਹੁਤ ਵੱਡੇ ਪੱਧਰ ਤੇ ਹੋਇਆ, ਤੇ ਹੁਣ ਵੀ ਹੋ ਰਿਹਾ, ਚੱਲ ਰਿਹਾ। ਤੇ ਉਹਦੇ ਵਿੱਚ ਇੱਕ ਕੜੀ ਹੋਰ ਜੁੜ ਗਈ ਕਿ ਇੱਕ ਅਟਲਾਂਟਾ ਜਿਹੜੀ ਪੁਲਿਸ ਆ ਉਹ ਇੱਕ ਇਸੇ ਮੂਲ ਦਾ ਵਿਅਕਤੀ ਸੀ, ਉਹ ਪ੍ਰੋਟੈਸਟ ਕਰਦਾ ਪਿਆ ਸੀ, ਤੇ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਸੇ ਕਾਰਨ ਕਰਕੇ। ਪ੍ਰੋਬਲਮ ਕੀ ਹੋਈ ਵੀ ਉਹ ਜਦੋਂ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਪੁਲਿਸ ਨੂੰ ਇੱਦਾਂ ਲੱਗਾ ਜਾਂ ਨਾ ਡਿਫੈਂਸਿਵ ਤਰੀਕੇ ਨਾਲ, ਇਹ ਤਾਂ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ, ਪਰ ਉਹਨਾਂ ਨੇ ਉਹਨੂੰ ਸ਼ੂਟ ਕਰ ਦਿੱਤਾ। ਉਹ 27 ਸਾਲਾਂ ਦਾ ਜਿਹੜਾ ਮੁੰਡਾ ਸੀ ਉਹਦੀ ਮੌਕੇ ਤੇ ਡੈਥ ਹੋ ਗਈ। ਉਹਦਾ ਵੀ ਇਸ਼ੂ ਨਾਲ ਰਲ ਗਿਆ। ਤਾਂ ਹੁਣ ਫਿਰ ਲੋਕ ਕਹਿ ਰਹੇ ਕਿ ਸਾਡੇ ਇਹ ਜਿਹੜੇ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ, ਉਹ ਪੁਲਿਸ ਵਾਲਿਆਂ ਨੂੰ ਵੀ ਉਹਨਾਂ ਨੇ ਫਾਇਰ ਕਰ ਦਿੱਤਾ ਆ। ਪਰ ਹੁਣ ਆਉਣ ਵਾਲਾ ਸਮਾਂ ਦੱਸੇਗਾ। ਐਵੇਂ ਲੱਗਦਾ ਕਿ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੇ ਵਿਚਾਰਿਆਂ ਦੇ ਮਾੜੇ ਦਿਨ ਚੱਲਦੇ ਪਏ ਆ, ਇੱਦਾਂ ਕਹਿ ਲਓ, ਜਾਂ ਕਹਿ ਲਓ ਕਿ ਪਰ ਪੁਲਿਸ ਤੋਂ ਬਿਨਾਂ ਸਰ ਵੀ ਨਹੀਂ ਸਕਦਾ। ਆ ਹੁਣ ਜਿਵੇਂ ਲੁੱਟਾਂ ਖੋਹਾਂ ਹੋਈਆਂ, ਅਸੀਂ ਏਦਾਂ ਘਰ ਵਿੱਚ ਬੈਠੇ ਕਿਸ ਦੇ ਆਸਰੇ ਬੈਠੇ, ਪੁਲਿਸ ਵਾਲਿਆਂ ਦੇ ਆਸਰੇ ਬੈਠੇ ਆ। ਨਹੀਂ ਤਾਂ ਜਿਹੜਾ ਮਰਜੀ ਕਿਸੇ ਦੇ ਘਰ ਨੂੰ ਲੁੱਟ ਲੂਗਾ, ਜਿਹਦੀ ਮਰਜੀ। ਕੱਲ ਕੈਨੇਡਾ ਦੀ ਖਬਰ ਦੇਖ ਰਿਹਾ ਸੀ ਮੈਂ ਇੱਕ, ਕਿ ਉਹਨਾਂ ਨੇ ਪਿੱਛੋਂ ਕਾਰ ਥੋੜੀ ਜਿਹੀ ਬੰਪਰ ਨੂੰ ਟੱਚ ਕੀਤੀ, ਉਹ ਲੜਕੀ ਆਪਣੀ ਪੰਜਾਬਣੀ ਸੀ, ਉਹਨੇ ਬਾਹਰ ਨਿਕਲ ਕੇ ਦੇਖਿਆ ਤੇ ਉਹ 2 ਲੜਕੇ ਇੱਕ ਹੋਰ ਕਾਰ ਚੋਂ ਨਿਕਲਿਆ, ਇੱਕ ਉਹਦੀ ਕਾਰ 'ਚ ਬੈਠ ਗਿਆ, ਇੱਕ ਨੇ ਉਹਨੂੰ ਧੱਕਾ ਮਾਰਿਆ, ਥੱਲੇ ਸੁੱਟ ਦਿੱਤਾ, ਤੇ ਉਹਦੀ ਕਾਰ ਲੈ ਕੇ ਫਰਾਰ ਹੋ ਗਏ। ਗੱਲ ਕੀ ਹੈ ਵੀ ਜਦੋਂ ਪੁਲਿਸ ਦਾ ਡਰ ਹੋਊਗਾ ਤੇ ਫੇਰ ਹੀ ਅਸੀਂ ਡਰ ਤੋਂ ਰਹਿਤ ਰਵਾਂਗੇ। ਤੇ ਜੇ ਪੁਲਿਸ ਹੀ ਨਹੀਂ ਸਾਨੂੰ ਰਿਸਪੌਂਡ ਕਰੂਗੀ, ਜੇ ਪੁਲਿਸ ਦੇ ਖਿਲਾਫ ਹੀ ਹੋ ਗਏ ਇੰਨਾ, ਹਾਂ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਕਈ ਥਾਂ ਧੱਕਾ ਵੀ ਹੁੰਦਾ ਆ ਹਨਾ, ਕਿਸੇ ਨੂੰ ਮਾਰਿਆ ਨਹੀਂ ਜਾ ਸਕਦਾ, ਹਾਂ ਉਹਨੂੰ ਅਰੈਸਟ ਕੀਤਾ ਜਾ ਸਕਦਾ, ਬਾਕੀ ਕਾਰਵਾਈ ਜਿਹੜੀ ਕੋਰਟ ਕਰਦੀ ਆ। ਇਹ ਦੋਨੇ ਤਰੀਕੇ ਨਾਲ ਸਾਨੂੰ ਵੀ ਕੁਝ ਸੋਚਣਾ ਪੈਣਾ ਆ ਤੇ ਪੁਲਿਸ ਵਾਲਿਆਂ ਨੂੰ ਵੀ ਕੁਝ ਸੋਚਣਾ ਪੈਣਾ ਆ। ਇਕੋਨਮੀ ਜਿਹੜੀ ਆ ਉਹ ਮੈਂ ਤੁਹਾਡੇ ਅੱਗੇ ਵੀ ਗੱਲ ਕੀਤੀ ਸੀ, ਇਕੋਨਮੀ ਹੁਣ ਉੱਪਰ ਗਈ ਆ। ਬਹੁਤ ਸਾਰੇ ਜਿੱਦਾਂ ਵਾਰਨ ਬਫੇਟ ਆ, ਉਹਨੂੰ ਇੱਕ ਤਰ੍ਹਾਂ ਦਾ ਜਿਹੜੀ ਵੀ ਉਹ ਗੱਲ ਕਹਿ ਦੇਵੇ ਤੇ ਸਾਰੇ ਲੋਕ ਕੰਨ ਲਾ ਕੇ ਸੁਣਦੇ ਆ ਕਿ ਵਰਲਡ 'ਚ ਕੀ ਹੋ ਰਿਹਾ, ਤੇ ਜਿਹੜੀ ਵੀ ਉਹ ਗੱਲ ਕਵੇ ਤਾਂ ਉਹਨੂੰ ਇੱਕ ਤਰੀਕੇ ਨਾਲ ਮਾਹਰ ਦੱਸਿਆ ਜਾਂਦਾ। ਪਰ ਇਸ ਵਾਰੀ ਵਾਰਨ ਬਫੇਟ ਨੇ, ਭਾਵੇਂ ਕਿ ਉਹਦੇ ਲਈ ਇਹ ਕਿੰਨੇ 100 ਮਿਲੀਅਨ ਦੇ ਉਹਨੇ ਸ਼ੇਅਰ ਵੇਚ ਦਿੱਤੇ, ਜਿਹੜੀ
에ਅਰਲਾਈਨਸ ਕੰਪਨੀਆਂ ਘਾਟੇ 'ਚ ਵੇਚ ਦਿੱਤੇ। ਪਰ ਉਹਦੇ ਲਈ ਤੇ ਬਹੁਤ ਛੋਟੀ ਪਾਈ ਸੀ, ਇਹਦੇ ਲਈ ਤੇ ਐਵੇਂ ਕਹਿ ਲਓ ਕਿ 9 ਦੇ ਬਰਾਬਰ ਸੀ ਇਹ ਜਿਹੜੀ ਚੀਜ਼, ਇੰਨਾ ਪੈਸਾ ਆ ਉਹਦੇ ਕੋਲ। ਪਰ ਆਮ ਲੋਕਾਂ ਲਈ ਇਹ ਬਹੁਤ ਵੱਡੀ ਗੱਲ ਸੀ। ਤੇ ਉਹ ਸਾਰੇ ਕਹਿੰਦੇ ਸੀ ਵੀ ਇੱਦਾਂ ਕਾਤੋਂ, ਕਿਉਂਕਿ 에ਅਰਲਾਈਨਾਂ ਬੰਦ ਤਾਂ ਹੋਣੀਆਂ ਨਹੀਂ, ਸਮਾਂ ਰਹਿੰਦਿਆਂ ਲੋਕਾਂ ਨੇ ਜਾਣਾ ਵੀ ਆਉਣਾ ਵੀ ਆ, ਤੇ ਇਹ 에ਅਰਲਾਈਨਾਂ ਚੱਲਣਗੀਆਂ। ਹੁਣ ਚਲੋ ਘਾਟੇ 'ਚ ਵੀ ਆ। ਤੇ ਉਹ ਥੋੜੇ ਦਿਨਾਂ ਬਾਅਦ ਹੀ ਉਹ ਜਿਹੜੀਆਂ 에ਅਰਲਾਈਨ ਦੇ ਉਹਨੇ ਸ਼ੇਅਰ ਵੇਚੇ ਸੀ ਕਿੰਨੇ 100 ਮਿਲੀਅਨ ਦੇ, ਤੇ ਉਹ ਅੱਪ ਹੋ ਗਏ, ਦੁਬਾਰਾ ਉੱਪਰ ਜਾਣੇ ਸ਼ੁਰੂ ਹੋ ਗਏ। ਸੋ ਬਹੁਤ ਸਾਰੇ ਲੋਕਾਂ ਨੇ ਉਹਨੂੰ ਕ੍ਰਿਟਿਸਿਜ਼ਮ ਕੀਤਾ। ਪਰ ਦੂਜੇ ਪਾਸੇ ਉਹਨੇ ਜਿੱਦਾਂ ਐਪਲ ਕੰਪਨੀ, ਉਹਦੇ ਵਿੱਚ $11 ਬਿਲੀਅਨ ਉਹਨੇ ਕਮਾ ਲਿਆ। ਸੋ ਇਹ ਵੱਡੇ ਵੱਡੇ ਲੋਕਾਂ ਦੀਆਂ ਗੱਲਾਂ ਆ। ਮੈਂ ਇੱਕ ਕੌਮੈਂਟ ਪੜ੍ਹਦਾ ਸੀ, ਉਹ ਕਹਿੰਦੇ ਕਿ ਵਾਰਨ ਬੈਫਟ ਹੁਣ ਬਹੁਤ ਜ਼ਿਆਦਾ ਬਜ਼ੁਰਗ ਹੋ ਗਿਆ, ਉਹਨੂੰ ਪਤਾ ਨਹੀਂ ਲੱਗ ਰਿਹਾ। ਪਰ ਇਹ ਭੁੱਲਣਾ ਨਹੀਂ ਚਾਹੀਦਾ ਕਿ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਤਜਰਬਾ ਬਹੁਤ ਹੁੰਦਾ ਆ। ਖੈਰ, ਫਲਾਈਟਸ ਆਉਣੀਆਂ ਫੇਰ ਦੁਬਾਰਾ ਸ਼ੁਰੂ ਹੋ ਗਈਆਂ ਵਾ। ਐਮੀਰੇਟਸ ਦੁਬਈ ਵਾਲਿਆਂ ਦੀ, ਜਾਪਾਨ 에ਅਰਲਾਈਨ, ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਫਲਾਈਟਸ USA ਨਾਲ ਜਿਨ੍ਹਾਂ ਦੀ ਚੱਲਦੀਆਂ ਸੀ, ਉਹ ਦੁਬਾਰਾ ਆਉਣੀਆਂ ਰੀਸਕੈਜੂਲ ਕਰਦੇ ਪਏ ਆ। ਹੌਲੀ ਹੌਲੀ ਵਧਾਉਣਗੇ ਵੀ, ਜਿਵੇਂ ਜਿਵੇਂ ਲੋਕਾਂ ਦੀ ਮਾਤਰਾ ਵੱਧਦੀ ਹੈ, ਪੈਸੰਜਰ ਵੱਧਦੇ ਆ। ਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਜਿਹੜਾ ਕਰੋਨਾ ਵਾਇਰਸ ਸਾਨੂੰ ਕਿੱਧਰ ਲੈ ਕੇ ਜਾ ਰਿਹਾ, ਇਹ ਇਕਨੋਮੀ ਦੁਬਾਰਾ ਕਵਰ ਹੋਊਗੀ ਕਿ ਨਹੀਂ, ਜਿਹੜਾ ਪ੍ਰੋਟੈਸਟ ਚੱਲਦਾ ਪਿਆ ਵਾ ਇਹਦਾ ਕੀ ਅਸਰ ਹੋਊਗਾ। ਹੁਣ ਆਉਣ ਵਾਲੇ ਸਮੇਂ 'ਚ ਇਹ ਵੀ ਦੇਖਿਆ ਜਾਊਗਾ ਕਿ ਪੁਲਿਸ ਦਾ ਕਿੱਦਾਂ ਦਾ ਰਿਸਪੌਂਸ ਰਿਹਾ ਕਰੂਗਾ। ਕਿਉਂਕਿ ਇੱਕ ਆਰਟੀਕਲ ਆਇਆ ਸੀ ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਤੇ, ਉਹਨਾਂ ਨੇ ਲਿਖਿਆ ਸੀ ਕਿ ਅਸੀਂ ਨੌਨ ਕ੍ਰਿਮੀਨਲ ਕਾਲਸ ਆ ਜਿਹੜੀਆਂ, ਕਿ ਕਿਸੇ ਨੂੰ ਲੋੜ ਪਈ ਪੁਲਿਸ ਦੀ, ਤੇ ਨੌਨ ਕ੍ਰਿਮੀਨਲ ਕਾਲਸ ਆ ਜਿਹੜੀਆਂ ਅਸੀਂ ਨਹੀਂ ਰਿਸਪੌਂਡ ਕਰਾਂਗੇ, ਕਿ ਅਸੀਂ ਨਹੀਂ ਪਹੁੰਚਾਂਗੇ ਜਦੋਂ ਤੱਕ ਕਿਸੇ ਨੂੰ ਖਤਰਾ ਨਹੀਂ ਪੈਦਾ ਹੁੰਦਾ। ਜਿਵੇਂ ਇਹ ਮਜ਼ਾਕ ਵੀ ਸੋਸ਼ਲ ਮੀਡੀਆ ਤੇ ਚੱਲ ਵੀ ਰਿਹਾ ਕਿ ਸਾਡੇ ਕੋਲ ਤਾਂ ਗੁਆਂਢੀਆਂ ਦੇ ਘਰੇ ਜਾ ਕੇ ਇਹ ਨਹੀਂ ਕਿਹਾ ਜਾਂਦਾ ਕਿ ਆਵਾਜ਼ ਜਿਹੜੀ ਆਪਣੇ ਸਪੀਕਰ ਦੀ ਹੌਲੀ ਕਰ ਲਓ। ਇਹ ਵੀ ਅਸੀਂ ਪੁਲਿਸ ਨੂੰ ਕਾਲ ਕਰਦੇ ਹਾਂ। ਲੋਕੀ ਇੰਨਾ ਬਿਲੀਵ ਕਰਦੇ ਆ ਪੁਲਿਸ ਤੇ ਇੱਥੇ ਕਿ ਅਸੀਂ ਪੁਲਿਸ ਨੂੰ ਕਾਲ ਕਰਦੇ ਆ ਕਿ ਆ ਜਿਹੜੀ ਆਵਾਜ਼ ਇੰਨੀ ਜ਼ਿਆਦਾ ਜ਼ੋਰ ਨਾਲ ਛੱਡੀ ਆ, ਤੁਸੀਂ ਇਹਨੂੰ ਬੰਦ ਕਰ ਲਓ, ਘੱਟ ਕਰ ਲਓ। ਤੇ ਪੁਲਿਸ ਆ ਕੇ ਉਹ ਉਹਨਾਂ ਨੂੰ ਕਹਿੰਦੀ ਆ, ਨਹੀਂ ਤਾਂ ਟਿਕਟ ਦਿੰਦੇ ਆ। ਤਾਂ ਹੁਣ ਜਿੱਦਾਂ ਸੈਨ ਫਰਾਂਸਿਸਕੋ ਪੁਲਿਸ ਇੱਦਾਂ ਜਿਹੜਾ ਆਰਟੀਕਲ ਆਇਆ ਸੀ, ਤਾਂ ਉਹ ਕਹਿੰਦੇ ਕਿ ਅਸੀਂ ਨੌਨ ਕ੍ਰਿਮੀਨਲ, ਕਹਿਣ ਤੋਂ ਭਾਵ ਜੇ ਤੁਹਾਡੀ ਚੋਰੀ ਹੋ ਗਈ ਜਾਂ ਤੁਹਾਨੂੰ ਮਾਰਦਾ ਕੁੱਟਦਾ ਆ ਕੋਈ, ਜਾਂ ਤੁਹਾਨੂੰ ਥ੍ਰੈਟ ਕਰਦਾ ਆ, ਅਸੀਂ ਉੱਥੇ ਤੇ ਜ਼ਰੂਰ ਪਹੁੰਚਾਂਗੇ, ਪਰ ਨਿੱਕੀਆਂ ਛੋਟੀਆਂ ਮੋਟੀਆਂ ਕਾਲਾਂ ਤੇ ਅਸੀਂ ਨਹੀਂ ਆਵਾਂਗੇ। ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਕਿ ਹੁਣ ਅੱਗੇ, ਕਿਉਂਕਿ ਜਦੋਂ ਵੀ ਕੁਝ ਵੱਡਾ ਹੁੰਦਾ ਆ ਤਾਂ ਉਹਦਾ ਨਾ ਅਸਰ ਕੁਝ ਨਾ ਕੁਝ ਨਵਾਂ ਨਿਕਲ ਕੇ ਆਉਂਦਾ ਆ। ਹੁਣ ਜਿਵੇਂ ਇੱਕ ਗੱਲ ਮੈਂ ਨੋਟ ਕੀਤੀ ਕਿ ਜਿਵੇਂ ਮੈਂ ਵੀ ਖੇਤੀਬਾੜੀ ਨਾਲ ਸੰਬੰਧਿਤ ਆ ਪੰਜਾਬ ਤੋਂ, ਸਾਡੇ ਘਰ ਵਿੱਚ ਵੀ ਅਸੀਂ ਸ਼ੁਰੂ ਤੋਂ ਖੇਤਾਂ ਵਿੱਚ ਹੀ ਜੰਮੇ ਪਲੇ ਆ। ਸਾਰੀ ਉਮਰ ਅਸੀਂ ਝੋਨਾ ਦੇਖਦੇ ਰਹੇ ਆ। ਜਦੋਂ ਦੀ ਮੈਂ ਹੋਸ਼ ਸੰਭਾਲੀ ਆ ਕਿ ਕੱਦੂ ਕਰਕੇ ਝੋਨਾ ਲਾਉਂਦੇ ਸੀ, ਪਰ ਪਹਿਲੀ ਵਾਰੀ ਮੈਂ ਦੇਖ ਰਿਹਾ ਕਿ ਜਿਹੜਾ ਝੋਨਾ ਆ ਉਹ ਮਸ਼ੀਨ ਨਾਲ ਕੇਰਿਆ ਜਾ ਰਿਹਾ, ਤੇ ਉਹ ਇੱਕ ਨਹੀਂ ਹਜ਼ਾਰਾਂ ਕਿਸਾਨ, ਲੱਖਾਂ ਕਿਸਾਨ ਉਹਨੂੰ ਫੋਲੋ ਕਰਦੇ ਪਏ, ਤੇ ਉਹ ਵੀ ਇਸ ਤਰੀਕੇ ਨਾਲ ਹੀ ਕਰਦੇ ਪਏ। ਇਵਨ ਕਿ ਸਾਡੇ ਖੇਤਾਂ 'ਚ ਵੀ ਹੁਣ ਝੋਨਾ, ਮੇਰਾ ਜਿਹੜਾ ਬ੍ਰਦਰ ਆ ਉਹ ਜਿਹੜਾ ਮਸ਼ੀਨ ਨਾਲ ਬੀਜਿਆ ਜਾ ਰਿਹਾ। ਇਹ ਕਿਉਂ ਹੋਇਆ? ਕਿਉਂਕਿ ਸਾਰੇ ਜਿਹੜੇ ਮਜ਼ਦੂਰ ਸੀ ਉਹ ਚਲੇ ਗਏ, ਤੇ ਜਦੋਂ ਮਜ਼ਦੂਰ ਚਲੇ ਗਏ ਤੇ ਉਹ ਜਿਹੜੀ ਲੇਬਰ ਆ ਖਤਮ ਹੋ ਗਈ, ਤੇ ਲੇਬਰ ਖਤਮ ਹੋਣ ਨਾਲ ਉਹਨਾਂ ਨੂੰ ਸੋਚਣਾ ਪਿਆ ਕਿ ਕਿਸਾਨਾਂ ਨੂੰ ਕੀ ਕੀਤਾ ਜਾਵੇ। ਸੋ ਜਦੋਂ ਵੀ ਕੁਝ ਇਹ ਵੱਡਾ ਦੁਨੀਆ ਤੇ ਕੁਝ ਵਾਪਰਦਾ ਆ, ਤਾਂ ਜਿੰਨੀ ਵੀ ਹਿਸਟਰੀ ਫਰੋਲ ਕੇ ਦੇਖੋ ਉਦੋਂ ਕੁਝ ਨਵਾਂ ਨਿਕਲ ਕੇ ਆਉਂਦਾ। ਮੈਂ ਇੱਕ ਆਰਟੀਕਲ ਪੜ੍ਹਦਾ ਪਿਆ ਸੀ, ਉਹਦੇ ਵਿੱਚ ਉਹ ਗੋਰੇ ਨੇ ਇਹ ਦੱਸਿਆ ਗੱਲ ਕਿ ਕਹਿੰਦਾ ਤੁਸੀਂ ਹੁਣ ਵੇਟ ਕਰੋ ਕਿ ਜਿਹੜਾ ਅਗਲੇ ਇਸ ਪੈਂਡੈਮਿਕ ਖਤਮ ਹੋਣ ਤੋਂ ਬਾਅਦ, ਇਹ ਮਹਾਮਾਰੀ ਜਦੋਂ ਖਤਮ ਹੋ ਜੂਗੀ, ਦੇਖਿਓ ਕੁਝ ਨਵਾਂ ਨਿਕਲ ਕੇ ਆਊਗਾ ਬਹੁਤ ਵੱਡਾ। ਜਿਵੇਂ ਪਿਛਲੀਆਂ ਜਿਹੜੀ ਹਿਸਟਰੀ ਫਰੋਲੋਗੇ, ਕਦੀ ਕਿਸੇ ਚੀਜ਼ ਦੀ ਖੋਜ ਜਿਹੜੀ ਹੋਈ ਆ ਉਹ ਬਾਅਦ ਵਿੱਚ ਹੋਈ ਆ, ਜਦੋਂ ਸਾਰਾ ਸੰਸਾਰ ਇੱਕ ਵਾਰੀ ਬੰਦ ਹੋ ਚੁੱਕਿਆ ਸੀ। ਤੇ ਲੋਡ ਕਾਰਡ ਦੀ ਮਾਂ ਹੁੰਦੀ ਆ, ਤੇ ਉਹ ਜਦੋਂ ਦੁਬਾਰਾ ਉਹਨਾਂ ਨੇ ਕੁਝ ਐਸਾ ਵੱਡਾ ਨਿਕਲ ਕੇ ਆਇਆ ਕਿ ਜਿਹਨੇ ਦੁਨੀਆ ਤਬਦੀਲ ਕਰ ਦਿੱਤੀ। ਸੋ ਇਹ ਆਉਣ ਵਾਲਾ ਸਮਾਂ ਦੱਸੇਗਾ। ਤੁਸੀਂ ਵੇਖਦੇ ਰਹੋ ਸਾਂਝਾ TV। ਕੋਸ਼ਿਸ਼ ਕਰੋ ਚੰਗਾ ਪੜ੍ਹੋ, ਚੰਗਾ ਵੇਖੋ, ਚੰਗੀਆਂ ਵੀਡੀਓ ਦੇਖੋ। ਆਪਣੀ ਜ਼ਿੰਦਗੀ ਨੂੰ ਤੁਸੀਂ ਆਪ ਹੀ ਚੇਂਜ ਕਰ ਸਕਦੇ ਆ, ਹੋਰ ਕੋਈ ਨਹੀਂ ਕਰ ਸਕਦਾ। ਚੰਗੀਆਂ ਕਿਤਾਬਾਂ ਤੁਹਾਡੀ ਜ਼ਿੰਦਗੀ ਨੂੰ ਜ਼ਰੂਰ ਚੇਂਜ ਕਰ ਦਿੰਦੀਆਂ। ਜੇ ਆਪਣੇ ਆਪ ਨਾਲ ਕੋਈ ਚੰਗਾ ਵਾਅਦਾ ਕੀਤਾ ਹੋਵੇ ਤਾਂ ਉਹਨੂੰ ਜ਼ਰੂਰ ਪੂਰਾ ਕਰਨਾ। ਵੇਖਦੇ ਰਹੋ ਸਾਂਝਾ TV। ਇੱਥੇ ਦਿਓ ਇਜਾਜ਼ਤ, ਫੇਰ ਤੁਹਾਡੇ ਨਾਲ ਮਿਲਾਂਗੇ USA ਦੀਆਂ ਹੋਰ ਖਬਰਾਂ ਬਾਬਤ। ਮੈਨੂੰ ਦਿਓ ਇਜਾਜ਼ਤ। ਹਰਸਿਮਰਨ ਨੂੰ ਸਤਿ ਸ੍ਰੀ ਅਕਾਲ।